ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਆਪਾਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਪੋਲਿਟੀ ਅਤੇ ਮਾਡਰਨ ਹਿਸਟਰੀ ਦੇ ਆਪਣੇ ਲੈਕਚਰ ਚੱਲ ਰਹੇ ਆ, ਠੀਕ ਹੈ ਜੀ। ਸੋ ਇਹਦੀਆਂ ਆਪਣੀਆਂ 14 ਕਲਾਸਾਂ ਇਸ ਤੋਂ ਪਹਿਲਾਂ ਪੋਲਿਟੀ ਦੀਆਂ ਹੋ ਚੁੱਕੀਆਂ ਨੇ ਅਤੇ 14 ਹੀ ਕਲਾਸਾਂ ਆਪਣੀਆਂ 13-14 ਕਲਾਸਾਂ ਆਪਣੀਆਂ ਮਾਡਰਨ ਹਿਸਟਰੀ ਦੀਆਂ ਹੋ ਚੁੱਕੀਆਂ ਨੇ। ਅਗਰ ਤੁਸੀਂ ਉਹ ਵਾਲੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਪਹਿਲਾਂ ਇੱਕ ਵਾਰ ਜਾ ਕੇ ਉਹ ਕਲਾਸਾਂ ਜ਼ਰੂਰ ਦੇਖ ਲਓ, ਕਿਉਂਕਿ ਆਪਾਂ ਟੌਪਿਕ ਵਾਈਜ਼ ਕਰ ਰਹੇ ਹਾਂ, ਠੀਕ ਹੈ ਜੀ, ਸਾਰਾ ਸਿਲੇਬਸ। ਸੋ ਜੀਕੇ ਆਪਾਂ ਸਾਰੀ ਕੰਪਲੀਟ ਕਰਾਂਗੇ। ਜੀਐਸ ਦੇ ਵਿੱਚ ਜੋ ਵੀ ਸਬਜੈਕਟ ਬਣਦੇ ਨੇ ਮੇਨ ਆਪਾਂ ਸਾਰੇ ਪੰਜਾਬ ਦੇ ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ ਕਰਾਂਗੇ। ਅਤੇ ਜਿਹੜੇ ਵੀ ਪੇਪਰ ਅੱਗੇ ਆਪਣੇ ਇਨ ਫਿਊਚਰ ਹੋਣਗੇ, ਠੀਕ ਆ ਜੀ, ਜੋ ਵੀ ਸਿਲੇਬਸ ਜਿੱਦਾਂ ਦੇ ਵੀ ਕੁਐਸਚਨ ਉਹਦੇ ਵਿੱਚ ਜੀਕੇ ਦੇ ਵਿੱਚ ਬਣਦੇ ਆ, ਉਹ ਸਾਰੇ ਆਪਾਂ ਥਿਊਰੀ ਵਿਦ MCQ ਕਰ ਰਹੇ ਹਾਂ। ਤੇ ਕਰ ਵੀ ਆਪਾਂ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾ ਦੇ ਵਿੱਚ ਰਹੇ ਹਾਂ, ਠੀਕ ਆ ਜੀ। ਸੋ PDF ਹਰੇਕ ਕਲਾਸ ਦੀ ਤੁਹਾਨੂੰ ਪ੍ਰੋਵਾਈਡ ਹੋ ਜਾਂਦੀ ਹੈ ਆਪਣੇ, ਠੀਕ ਆ, ਚੈਨਲ ਦੇ ਉੱਤੇ, ਟੈਲੀਗ੍ਰਾਮ ਦੇ ਉੱਤੇ। ਅਗਰ ਤੁਹਾਨੂੰ ਕਿਸੇ ਨੂੰ ਵੀ PDF ਚਾਹੀਦੀ ਹੈ ਤਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਆਪਣਾ ਜੁਆਇਨ ਕਰਨਾ ਪਵੇਗਾ, ਠੀਕ ਆ ਜੀ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ। ਇਸ ਤੋਂ ਪਹਿਲਾਂ ਆਪਾਂ ਪਿਛਲੇ ਦੇ ਵਿੱਚ ਵੀ, ਠੀਕ ਆ ਜੀ, ਆਪਾਂ ਯੂਨੀਅਨ ਦੇ ਜਿਹੜੇ ਐਗਜ਼ੀਕਿਊਟਿਵ ਸੀਗੇ ਉਹ ਸਾਰੇ ਆਪਾਂ ਨਿਬੇੜ ਚੁੱਕੇ ਹਾਂ, ਠੀਕ ਆ ਜੀ, ਜੋ ਕਿ 78 ਨੰਬਰ ਆਰਟੀਕਲ ਤੱਕ ਸੀਗਾ, ਠੀਕ ਆ, ਜਿਹਦੇ ਵਿੱਚ ਕਿ ਆਪਾਂ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਕੌਂਸਲ ਆਫ ਮਿਨਿਸਟਰਸ, ਠੀਕ ਆ, ਉਹ ਸਾਰੇ ਆਪਾਂ ਆਲਰੇਡੀ ਕਰ ਚੁੱਕੇ ਹਾਂ ਸਾਰਾ, ਠੀਕ ਆ ਜੀ। ਹੁਣ ਆਪਾਂ ਅੱਜ ਨਾ ਆਪਣਾ ਪਾਰਟ ਤਾਂ ਆਪਣੇ ਸੰਵਿਧਾਨ ਦਾ ਪਾਰਟ 5 ਦੇ ਵਿੱਚ ਹੀ ਮੈਂਸ਼ਨ ਆਏ। ਅੱਜ ਆਪਾਂ ਨਾ ਪਾਰਲੀਮੈਂਟ ਕਰਾਂਗੇ, ਠੀਕ ਆ। ਪਾਰਲੀਮੈਂਟ ਦਾ ਵੀ ਆਪਾਂ ਪਾਰਟ 1 ਕਰਾਂਗੇ, ਠੀਕ ਆ ਜੀ, ਇਹਦੇ ਵਿੱਚ, ਕਿਉਂਕਿ ਇਹ ਆਪਾਂ 2 ਪਾਰਟਸ ਦੇ ਵਿੱਚ ਕਵਰ ਕਰਾਂਗੇ। ਪਹਿਲਾਂ ਤਾਂ ਆਪਾਂ ਸਾਰਾ ਪਾਰਲੀਮੈਂਟ ਸਿਸਟਮ ਸਮਝਾਂਗੇ ਕਿ ਇਹਦੇ ਵਿੱਚ ਹੁੰਦਾ ਕੌਣ ਹੈ, ਇਹਦੇ ਵਿੱਚ ਕੌਣ ਹੁੰਦੇ ਨੇ, ਕਿੰਨੇ ਮੈਂਬਰ ਹੁੰਦੇ ਨੇ ਤੇ ਉਹਨਾਂ ਦੇ ਇਲੈਕਸ਼ਨ ਵਗੈਰਾ ਕਿੱਦਾਂ ਹੁੰਦੇ ਨੇ, ਠੀਕ ਆ। ਉਸ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ ਇਹਦੇ ਜਿਹੜੇ ਫੰਕਸ਼ਨ ਨੇ ਪਾਰਲੀਮੈਂਟ ਦੇ, ਇਹਦੇ ਮੈਂਬਰਾਂ ਦੇ, ਇਹ ਕਿੱਦਾਂ ਕੰਮ ਕਰਦੇ ਨੇ, ਠੀਕ ਆ। ਸੋ ਸਾਰਾ ਕੁਝ, ਸੋ ਇਹਦੇ ਨਾਲ ਰਿਲੇਟਡ ਜਿੰਨੀਆਂ ਵੀ ਪਾਰਲੀਮੈਂਟਰੀ ਟਰਮਸ ਹੁੰਦੀਆਂ ਨੇ ਉਹ ਸਾਰਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਠੀਕ ਆ ਜੀ। ਸੋ ਕਿਹੜਾ ਬਿੱਲ ਕਿੱਥੇ ਇੰਟਰੋਡਿਊਸ ਹੁੰਦਾ, ਸਾਰਾ ਕਿਹੜੇ ਹਾਊਸ ਦੀ ਜ਼ਿਆਦਾ ਪਾਵਰ ਆ, ਠੀਕ ਆ, ਇਹ ਸਾਰਾ ਆਪਾਂ ਅਗਲੀ ਕਲਾਸ ਦੇ ਵਿੱਚ ਹੋ ਜਾਏਗਾ, ਠੀਕ ਆ ਜੀ। ਸੋ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ। ਅੱਜ ਆਪਾਂ ਕਰਾਂਗੇ ਜੀ, ਠੀਕ ਆ ਜੀ। ਸੋ ਇਹ ਪਾਰਲੀਮੈਂਟ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਟਰਮਸ ਨੇ, ਇਹ 79 ਤੋਂ ਲੈ ਕੇ 122 ਨੰਬਰ ਆਰਟੀਕਲ ਦੇ ਵਿੱਚ ਦਰਜ ਆ, ਠੀਕ ਆ ਜੀ। ਵੈਸੇ ਪਾਰਲੀਮੈਂਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਪਾਰਲੀਮੈਂਟ ਲੋਕ ਸਭਾ ਤੇ ਰਾਜ ਸਭਾ ਦਾ ਜੋ ਵੀ ਜ਼ਿਕਰ ਆ ਉਹ ਆਪਾਂ ਕਰਾਂਗੇ, ਠੀਕ ਹੈ ਜੀ, ਡਿਟੇਲ ਦੇ ਵਿੱਚ। ਸ਼ੁਰੂ ਕਰਦੇ ਹਾਂ ਜੀ। ਕਹਿੰਦਾ ਜੀ ਸੰਸਦ ਜਿਹੜਾ ਵਾ ਪਾਰਲੀਮੈਂਟ ਆ ਨਾ, ਇਹ ਇਹਦਾ ਵਿਧਾਨਕ ਅੰਗ ਆ, ਠੀਕ ਹੈ, ਲੈਜਿਸਲੇਟਿਵ ਆਰਗਨ ਆ ਆਪਣੀ ਯੂਨੀਅਨ ਗੌਰਮੈਂਟ ਦਾ, ਠੀਕ ਹੈ ਜੀ। ਸੋ ਯੂਨੀਅਨ ਗੌਰਮੈਂਟ ਦਾ, ਸੋ ਆਪਾਂ ਦੇਖਿਆ ਸੀ ਕਿ ਆਪਣੇ ਇੱਥੇ ਜੋ ਸਿਸਟਮ ਚੱਲਦਾ ਹੈ, ਠੀਕ ਹੈ, ਪੋਲੀਟੀਕਲ ਦੇ ਵਿੱਚ ਆਪਣੀ ਇੱਕ ਸਟੇਟ ਲਿਸਟ ਹੁੰਦੀ ਹੈ, ਇੱਕ ਯੂਨੀਅਨ ਲਿਸਟ ਹੁੰਦੀ ਹੈ, ਠੀਕ ਹੈ। ਸਟੇਟ ਲਿਸਟ ਆਪਾਂ ਜਦੋਂ ਆਪਾਂ ਸਟੇਟ ਐਗਜ਼ੀਕਿਊਟਿਵ ਜਾਂ ਸਟੇਟ ਦਾ ਸਾਰਾ ਕਰਾਂਗੇ, ਠੀਕ ਹੈ, ਉਹਦੇ ਵਿੱਚ ਪੜਾਂਗੇ। ਸੋ ਅਜੇ ਫਿਲਹਾਲ ਆਪਾਂ ਯੂਨੀਅਨ ਦਾ ਕਰ ਰਹੇ ਹਾਂ। ਯੂਨੀਅਨ ਦੇ ਵਿੱਚ ਆਪਾਂ ਦੇਖਿਆ ਕਿ ਪਾਰਲੀਮੈਂਟ ਹੁੰਦੀ ਆ, ਜਿਹਦੇ ਵਿੱਚ ਕਿ ਲੋਕ ਸਭਾ ਹੁੰਦੀ ਆ ਤੇ ਰਾਜ ਸਭਾ ਹੁੰਦੀ ਆ ਤੇ ਰਾਸ਼ਟਰਪਤੀ ਹੁੰਦਾ ਵਾ, ਠੀਕ ਹੈ ਜੀ। ਸੋ ਹੁਣ ਆਪਾਂ ਗੱਲ ਕਰੀਏ ਜਾਂ ਇਹਦੇ ਵਿੱਚ ਜੀ ਸੰਸਦ ਦਾ ਮਾਡਲ ਆ, ਜਿਹੜਾ ਪਾਰਲੀਮੈਂਟ ਦਾ ਮਾਡਲ ਆ, ਆਪਾਂ ਬ੍ਰਿਟੇਨ, UK ਤੋਂ ਪ੍ਰਭਾਵਿਤ ਹੋ ਕੇ ਲਿਆ, ਠੀਕ ਹੈ ਜੀ। ਭਾਰਤ ਨੇ ਸਰਕਾਰ ਦੇ ਵੈਸਟਰਨ ਮਿਨਿਸਟਰ ਮਾਡਲ ਨੂੰ ਸਾਡੇ ਸੰਸਦੀ ਰੂਪ ਵਜੋਂ ਉਭਾਰਿਆ, ਠੀਕ ਹੈ ਜੀ। ਪੇਪਰ ਦੇ ਵਿੱਚ ਆਪਾਂ ਨੂੰ ਸਿੱਧਾ ਕੁਐਸਚਨ ਆਊਗਾ ਕਿ ਜਿਹੜਾ ਪਾਰਲੀਮੈਂਟਰੀ ਟਰਮ ਆ ਜਿਹੜੀ ਆਪਣੀ, ਉਹ ਕਿਹੜੇ ਸੰਵਿਧਾਨ, ਦੇਸ਼ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਲਿਆ ਵਾ? ਬ੍ਰਿਟੇਨ, UK, ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ ਸੰਸਦ, ਹੁਣ ਜਿਹੜੀ ਆਪਣੀ ਸੰਸਦ ਆ ਪਾਰਲੀਮੈਂਟ ਦੇ ਵਿੱਚ ਕੀ ਹੁੰਦਾ, ਇੱਕ ਤਾਂ ਜੀ ਲੋਕ ਸਭਾ ਹੋ ਗਈ, ਰਾਜ ਸਭਾ ਹੋ ਗਈ, ਸੋ ਇੱਕ ਹੋ ਗਿਆ ਪ੍ਰੈਜ਼ੀਡੈਂਟ। ਸੋ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਵੀ ਥੋੜਾ ਆਪਾਂ ਪੜ੍ਹਿਆ ਹੀ ਸੀਗਾ ਆਪਣਾ ਪ੍ਰੈਜ਼ੀਡੈਂਟ ਬਾਰੇ, ਕਿ ਪ੍ਰੈਜ਼ੀਡੈਂਟ ਹੁੰਦਾ ਵਾ, ਜੋ ਪ੍ਰੈਜ਼ੀਡੈਂਟ ਅਗਰ ਸਿਗਨੇਚਰ ਕਰਦਾ ਵਾ ਤਾਂ ਹੀ ਆਪਣਾ ਜੋ ਬਿੱਲ ਹੈ, ਠੀਕ ਹੈ ਜੀ, ਸੋ ਆਪਣਾ ਐਕਟ ਬਣਦਾ ਵਾ। ਸਾਰਾ ਆਪਾਂ ਡਿਟੇਲ ਦੇ ਵਿੱਚ ਪਹਿਲਿਆਂ ਦੇ ਵਿੱਚ ਆਪਾਂ ਕਰ ਚੁੱਕੇ ਹਾਂ, ਠੀਕ ਆ। ਸੋ ਇਹਦੇ ਵਿੱਚ ਵੀ ਆਪਾਂ ਸਾਰਾ ਡਿਟੇਲ ਦੇ ਵਿੱਚ ਜਿਵੇਂ ਜਿਵੇਂ ਆਰਟੀਕਲ ਵਾਈਜ਼ ਚੱਲੀ ਜਾਵਾਂਗੇ, ਸੋ ਅੱਗੇ ਦੀ ਅੱਗੇ ਆਪਾਂ ਪੜ੍ਹਦੇ ਜਾਵਾਂਗੇ, ਠੀਕ ਹੈ ਜੀ। ਸੋ ਫਿਲਹਾਲ ਤੁਸੀਂ ਐਂ ਦੇਖਣਾ, ਲੋਕ ਸਭਾ ਹੁੰਦਾ, ਰਾਜ ਸਭਾ ਹੁੰਦਾ ਤੇ ਪਲੱਸ ਪ੍ਰੈਜ਼ੀਡੈਂਟ ਦੀ ਵੀ ਇਨਵੋਲਵਮੈਂਟ ਇਹਦੇ ਵਿੱਚ ਹੁੰਦੀ ਆ, ਬਹੁਤ ਜ਼ਰੂਰੀ, ਠੀਕ ਹੈ ਜੀ। ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਰਾਜ ਸਭਾ ਜਿਹੜਾ ਹੁੰਦਾ, ਠੀਕ ਆ, ਜਿਹਨੂੰ ਆਪਾਂ ਅਪਰ ਹਾਊਸ ਵੀ ਕਹਿ ਦਿੰਦੇ ਹਾਂ, ਠੀਕ ਆ ਜੀ। ਸੋ ਜਿਹਨੂੰ ਆਪਾਂ ਹਾਊਸ ਆਫ ਐਲਡਰਸ ਕਹਿ ਦਿੰਦੇ ਹਾਂ ਤੇ ਸੈਕਿੰਡ ਚੈਂਬਰ ਕਹਿ ਦਿੰਦੇ ਹਾਂ, ਠੀਕ ਆ ਜੀ। ਹੁਣ ਅਗਰ ਆਪਾਂ ਲੋਕ ਸਭਾ ਦੀ ਗੱਲ ਕਰੀਏ, ਹਾਲਾਂਕਿ ਪਾਵਰਸ ਜ਼ਿਆਦਾ ਇੱਦਾਂ ਨਹੀਂ ਕਿ ਇਕੁਅਲ ਪਾਵਰ ਹੁੰਦੀਆਂ ਨੇ ਵੈਸੇ, ਬਟ ਜ਼ਿਆਦਾਤਰ ਜੋ ਕਾਨੂੰਨ ਬਣਾਉਣ ਦੇ ਵਿੱਚ ਜਾਂ ਜੋ ਵੀ ਪਾਵਰਸ ਹੁੰਦੀਆਂ ਨੇ ਉਹ ਆਪਾਂ ਜਿਵੇਂ ਜਿਵੇਂ ਅੱਗੇ ਜਦੋਂ ਆਪਾਂ ਪਾਵਰਸ ਫੰਕਸ਼ਨ ਪੜਾਂਗੇ ਉਹਦੇ ਵਿੱਚ ਪੜਾਂਗੇ। ਸੋ ਜ਼ਿਆਦਾ ਪਾਵਰ ਸਾਡੇ ਕੋਲੇ ਆਪਣੇ ਲੋਕ ਸਭਾ ਦੇ ਵਿੱਚ ਹੁੰਦੀਆਂ, ਠੀਕ ਆ, ਠੀਕ ਆ। ਲੋਕ ਸਭਾ ਹੋ ਗਿਆ ਸਾਡੇ ਕੋਲ, ਠੀਕ ਆ, ਜਿਹਨੂੰ ਆਪਾਂ ਲੋਅਰ ਹਾਊਸ ਕਹਿ ਦਿੰਦੇ ਹਾਂ, ਬਟ ਇਹ ਪ੍ਰਸਿੱਧ ਹਾਊਸ ਆ, ਸੋ ਪਹਿਲਾ ਚੈਂਬਰ ਕਹਿੰਦੇ ਆ, ਠੀਕ ਆ ਆਪਾਂ, ਠੀਕ ਹੈ ਜੀ। ਸੋ ਆਪਾਂ ਸਾਰਾ ਇਹ ਡਿਟੇਲ ਦੇ ਵਿੱਚ ਜਦੋਂ ਆਪਾਂ ਲੋਕ ਸਭਾ ਤੇ ਰਾਜ ਸਭਾ ਦੀਆਂ ਪਾਵਰਸ ਦੀ ਗੱਲ ਕਰਾਂਗੇ ਕਿ ਜਦੋਂ ਕਾਨੂੰਨ ਬਣਦਾ ਉਦੋਂ ਉਹਨਾਂ ਦੀ ਕੀ ਪਾਵਰ ਆ, ਠੀਕ ਹੈ ਜੀ, ਉਹ ਸਾਰਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਸੋ ਹੁਣ ਜੀ ਆਪਣਾ ਸਭ ਤੋਂ ਪਹਿਲਾਂ ਆਪਾਂ ਇਹ ਪੜ੍ਹ ਲਿਆ। ਹੁਣ ਇਹਦੇ ਵਿੱਚ ਇੰਪੋਰਟੈਂਟ ਆਰਟੀਕਲ ਜਿਹਦੇ ਵਿੱਚੋਂ ਕਿ ਸਿੱਧੇ ਕੁਐਸਚਨ ਆਉਂਦੇ ਨੇ, ਜਿੱਦਾਂ ਕਿ PSSB ਬੋਰਡ ਹੋ ਗਿਆ ਜਾਂ ਕਲੈਰੀਕਲ ਲੈਵਲ ਦੇ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਉਹਦੇ ਵਿੱਚ ਇਹਦੇ ਵਿੱਚ ਬਹੁਤ ਕਈ ਵਾਰ ਸਿੰਪਲ ਆਰਟੀਕਲ ਤੇ ਹੀ ਪੁੱਛ ਲੈਂਦੇ ਆ, ਠੀਕ ਹੈ ਜੀ। ਸਿੰਪਲ ਤੁਹਾਨੂੰ ਪੁੱਛ ਲੈਣਗੇ ਜੇ ਪਾਰਲੀਮੈਂਟ ਲਈ ਕਿਹੜਾ ਆਰਟੀਕਲ ਆ, ਆਰਟੀਕਲ 79, ਠੀਕ ਹੈ ਜੀ। ਆਰਟੀਕਲ 79 ਪਾਰਟ 5 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਆ, ਠੀਕ ਹੈ ਜੀ, ਜਿਹੜਾ ਸਾਨੂੰ ਸੰਸਦ ਬਾਰੇ ਦੱਸਦਾ। ਹੁਣ ਜੀ 80 ਨੰਬਰ ਆਰਟੀਕਲ ਕਾਹਦੇ ਲਈ ਦੱਸਦਾ? 80 ਨੰਬਰ ਸਾਡੇ ਲਈ ਰਾਜ ਸਭਾ ਲਈ ਆ, ਠੀਕ ਹੈ ਜੀ, ਰਾਜ ਸਭਾ, ਠੀਕ ਹੈ ਜੀ, ਰਾਜ ਸਭਾ ਦੀ ਰਚਨਾ ਹੋਣੀ ਚਾਹੀਦੀ ਆ, ਠੀਕ ਹੈ, ਉਹਦੇ ਤੇ 81 ਨੰਬਰ ਆਰਟੀਕਲ ਸਾਡਾ ਲੋਕ ਸਭਾ ਦੇ ਨਾਲ ਆ, ਠੀਕ ਹੈ, ਜਿਹੜਾ ਪੀਪਲਸ ਦਾ ਹਾਊਸ ਆਫ ਪੀਪਲ ਆ। ਸੋ ਇਹ 3 ਆਰਟੀਕਲ ਦਾ ਤੁਸੀਂ ਚੰਗੀ ਤਰ੍ਹਾਂ ਰੱਟ ਲੈਣੇ ਆ, ਕਿਉਂਕਿ ਇਹਦੇ ਵਿੱਚੋਂ ਡਾਇਰੈਕਟ ਕੁਐਸਚਨ ਬਣਦਾ ਵਾ। ਕਈ ਵਾਰ ਆਪਸ਼ਨਸ ਇਸ ਤਰ੍ਹਾਂ ਦਿੱਤੀਆਂ ਹੁੰਦੀਆਂ ਨੇ ਕਿ ਕਈ ਵਾਰ ਕਨਫਿਊਜ਼ ਹੋ ਕੇ ਆਪਾਂ 79 ਤਾਂ ਆਪਾਂ ਨੂੰ ਯਾਦ ਰਹੇਗਾ, ਠੀਕ ਹੈ, ਸੰਸਦ ਦਾ। ਕਈ ਵਾਰ 80 ਨੂੰ ਨਾ ਦੂਜਾ ਲੋਕ ਸਭਾ ਦਾ ਜੋ ਆਰਟੀਕਲ ਹੈ ਉਹਨੂੰ 80 ਲਾਏ ਹੁੰਦੇ ਬੱਚੇ, ਠੀਕ ਆ। ਸੋ ਇਹ ਤੁਸੀਂ ਧਿਆਨ ਰੱਖਣਾ ਕਿ 80 ਨੰਬਰ ਆਰਟੀਕਲ ਪਹਿਲਾਂ ਸੰਸਦ ਦਾ, ਫਿਰ ਰਾਜ ਸਭਾ ਦਾ ਆਰਟੀਕਲ ਆਊਗਾ, ਫਿਰ ਲੋਕਾਂ ਦਾ ਆਊਗਾ, ਠੀਕ ਹੈ ਜੀ। ਬਸ ਇੰਨਾ ਯਾਦ ਕਰ ਲੈਣਾ ਮੈਂ ਤੁਸੀਂ। ਨੈਕਸਟ ਆਪਣਾ ਆ ਗਿਆ ਜੀ 83 ਨੰਬਰ ਆਰਟੀਕਲ ਡਿਊਰੇਸ਼ਨ ਦੱਸਦਾ ਜੀ, ਸੰਸਦ ਦੇ ਜਿਹੜੇ ਸਦਨ ਹੁੰਦੇ ਨੇ ਉਹਦੀ ਮਿਆਦ ਦੱਸਦਾ ਵਾ।
ਹੁਣ ਜੀ ਆਰਟੀਕਲ 84 ਸਾਨੂੰ ਦੱਸਦਾ ਕਿ ਕੁਆਲੀਫਿਕੇਸ਼ਨ ਮੈਂਬਰਸ ਦੀ ਕੀ ਹੋਣੀ ਚਾਹੀਦੀ ਹੈ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਹੁੰਦੇ ਆ, ਠੀਕ ਹੈ ਜੀ। ਸੋ ਲੋਕ ਸਭਾ ਤੇ ਰਾਜ ਸਭਾ ਦੇ। ਆਰਟੀਕਲ 85 ਸਾਨੂੰ ਦੱਸਦਾ ਕਿ ਸੰਸਦ ਦੇ ਜੋ ਸੈਸ਼ਨ ਹੁੰਦੇ ਨੇ ਉਹਦੀ ਪਰਿਸਥਿਤੀਆਂ ਤੇ ਉਹਨੂੰ ਭੰਗ ਕਿਵੇਂ ਹੁੰਦਾ ਵਾ, ਉਹ ਆਰਟੀਕਲ 85 'ਚ ਦਰਜ ਆ। 86 ਨੰਬਰ ਆਰਟੀਕਲ ਸਾਨੂੰ ਕਹਿੰਦਾ ਕਿ ਰਾਸ਼ਟਰਪਤੀ ਜਦੋਂ ਇਹਨਾਂ ਨੂੰ ਆਪਣਾ ਹਾਊਸਸ ਨੂੰ ਸੰਬੋਧਨ ਕਰਦਾ ਵਾ ਤੇ ਸੰਦੇਸ਼ ਭੇਜਣ ਦਾ ਅਧਿਕਾਰ ਰਾਸ਼ਟਰਪਤੀ ਨੂੰ ਆ, ਉਹ ਸਾਰਾ ਆਰਟੀਕਲ ਨੰਬਰ 86 'ਚ ਦਰਜ ਆ। 87 ਨੰਬਰ ਆਰਟੀਕਲ ਕੀ ਕਹਿੰਦਾ, ਇਹਦੇ ਵਿੱਚ ਬਾਈ ਚਾਂਸ ਪ੍ਰੈਜ਼ੀਡੈਂਟ ਨੇ ਕੋਈ ਸਪੈਸ਼ਲ ਐਡਰੈਸ ਕਰਨਾ ਵਾ, ਠੀਕ ਆ, ਲੋਕ ਸਭਾ ਜਾਂ ਰਾਜ ਸਭਾ ਨੂੰ, ਸੋ ਉਹਦੇ ਬਾਰੇ ਵਿਸ਼ੇਸ਼ ਸੰਬੋਧਨ ਬਾਰੇ ਦੱਸਦਾ। ਸੋ ਇਹ ਜ਼ਿਆਦਾ ਨਹੀਂ ਹੁੰਦਾ ਗਾ। ਸੋ ਆ ਪਹਿਲੇ ਤਿੰਨ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ, ਬਾਕੀ ਵੀ ਤੁਸੀਂ ਇੱਕ ਵਾਰੀ ਨਿਗਾਹ ਵਿੱਚ ਦੀ ਕੱਢ ਲੈਣੇ ਆ, ਠੀਕ ਹੈ ਜੀ। 88 ਨੰਬਰ ਆਰਟੀਕਲ ਦੱਸਦਾ ਵਾ ਜੀ ਰਾਈਟ ਆਫ ਮਿਨਿਸਟਰਸ ਐਂਡ ਅਟਾਰਨੀ ਜਨਰਲ ਐਜ਼ ਰਿਸਪੈਕਟ ਆਫ ਹਾਊਸ, ਬਸ, ਠੀਕ ਹੈ ਜੀ। ਸੋ ਮੰਤਰੀਆਂ ਦੇ ਅਟਾਰਨੀ ਜਨਰਲ ਜੋ ਸੰਸਦ ਦੇ ਸਦਨਾਂ ਦੇ ਵਜੋਂ ਸਨਮਾਨ ਵਜੋਂ। ਸੋ ਜ਼ਿਆਦਾ ਮੇਨ ਇਹਦੇ ਵਿੱਚ ਆ ਜਿਹੜੇ ਹਾਈਲਾਈਟ ਕੀਤੇ ਆ ਨਾ ਤਿੰਨ, ਇਹ ਤੁਸੀਂ ਕਰ ਲੈਣੇ ਆ ਕਿਉਂਕਿ ਜ਼ਿਆਦਾਤਰ ਕੁਐਸਚਨ ਇਹਦੇ ਵਿੱਚੋਂ ਹੀ ਪੁੱਛਿਆ ਜਾਂਦਾ ਵਾ, ਠੀਕ ਹੈ ਜੀ। ਸੋ ਨੈਕਸਟ ਅਗਰ ਆਪਾਂ ਕਰੀਏ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਜੀ ਰਾਜ ਸਭਾ ਬਾਰੇ ਪੜ੍ਹਾਂਗੇ, ਠੀਕ ਆ। ਸੰਸਦ ਦਾ ਜਿਹੜਾ ਅਪਰ ਹਾਊਸ ਆ ਨਾ ਉਹਦੇ ਬਾਰੇ ਆਪਾਂ ਪੜ੍ਹਾਂਗੇ ਕਿ ਰਾਜ ਸਭਾ ਕਿੱਦਾਂ ਵਰਕ ਕਰਦੀ ਆ, ਕਦੋਂ ਇਹਦਾ ਗਠਨ ਹੋਇਆ ਸੀ ਤੇ ਇਹ ਸਥਾਈ ਆ ਜਾਂ ਸਥਾਈ ਆ, ਉਹ ਸਾਰਾ ਆਪਾਂ ਪੜ੍ਹਾਂਗੇ। ਹੁਣ ਜੀ ਰਾਜ ਸਭਾ ਦਾ ਗਠਨ ਕਦੋਂ ਹੋਇਆ ਸੀ ਜੀ? ਰਾਜ ਸਭਾ ਦਾ ਗਠਨ 1952 ਈਸਵੀ ਦੇ ਵਿੱਚ ਹੋਇਆ ਸੀ, ਠੀਕ ਹੈ ਜੀ। 13 ਮਈ 1952 ਨੂੰ ਇਹਦੀ ਪਹਿਲੀ ਮੀਟਿੰਗ ਹੋਈ ਸੀ, ਠੀਕ ਹੈ ਜੀ, ਰਾਜ ਸਭਾ ਦੀ। ਸੋ ਇਹ 1952 ਦੇ ਵਿੱਚ ਆਪਣਾ ਹੋਇਆ ਸੀ, ਠੀਕ ਹੈ, ਗਠਨ ਇਹਦਾ। ਹੁਣ ਜੀ ਇਹ ਇੱਕ ਸਥਾਈ ਸਦਨ ਆ, ਠੀਕ ਹੈ ਜੀ, ਇੱਕ ਪਰਮਾਨੈਂਟ ਹਾਊਸ ਆ। ਇਟ ਇਜ਼ ਨਾਟ ਸਬਜੈਕਟਡ ਟੂ ਡਿਜ਼ੋਲੇਸ਼ਨ, ਠੀਕ ਹੈ ਜੀ, ਇਹ ਡਿਜ਼ੋਲਵ ਨਹੀਂ ਹੁੰਦਾ। ਜਿੱਦਾਂ ਕਿ ਆਪਾਂ ਲੋਕ ਸਭਾ ਦੀ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਦਾ ਡਿਜ਼ੋਲਵ ਹੋ ਜਾਂਦੀ ਆ 5 ਸਾਲ ਬਾਅਦ, ਅਗਰ ਉਹ ਪਾਵਰ ਦੇ ਵਿੱਚ ਨਹੀਂ ਰਹਿੰਦੀ ਤਾਂ ਵੀ ਹੋ ਜਾਂਦੀ ਆ। ਅਗਰ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਜਾਵੇ ਤਾਂ ਵੀ ਡਿਜ਼ੋਲਵ ਹੋ ਜਾਂਦੀ ਆ, ਠੀਕ ਹੈ। ਅਗਰ ਪ੍ਰੈਜ਼ੀਡੈਂਟ ਹਟਾਇਆ ਜਾਵੇ ਤਾਂ ਵੀ ਡਿਜ਼ੋਲਵ ਹੋ ਜਾਂਦੀ ਆ। ਸੋ ਇਹ ਜਿਹੜੀ ਰਾਜ ਸਭਾ ਹੁੰਦੀ ਆ ਇਹ ਇੱਕ ਸਥਾਈ ਸਦਨ ਹੁੰਦਾ, ਇਹ ਡਿਜ਼ੋਲਵ ਨਹੀਂ ਹੁੰਦਾ ਵਾ, ਠੀਕ ਹੈ ਜੀ। ਹੁਣ ਭਾਰਤ ਦੇ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਦੇ 4ਥੇ ਸ਼ਡਿਊਲ ਦੇ ਵਿੱਚ ਇਹਦੇ ਬਾਰੇ ਸਾਰਾ ਕੁਝ ਦਰਜ ਆ ਕਿ ਇਹਦੀ ਸੀਟਾਂ ਦੀ ਵੰਡ ਕਿਸ ਤਰ੍ਹਾਂ ਵਾ, ਕਿ ਰਾਜ ਸਭਾ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਸ ਤਰ੍ਹਾਂ ਆਪਦੇ ਜਿਹੜੇ ਨੁਮਾਇੰਦੇ ਹੁੰਦੇ ਨੇ ਉਹ ਆਪਣੇ ਇਹਦੇ ਵਿੱਚ ਭੇਜਦੇ ਨੇ, ਠੀਕ ਹੈ ਜੀ। ਹੁਣ ਉਹ ਕਹਿੰਦੇ ਜੀ ਉੱਚ ਸਦਨ ਵਿੱਚ ਰਾਜਾਂ ਨੂੰ ਆਬਾਦੀ ਦੇ ਆਧਾਰ ਤੇ ਸੀਟਾਂ ਅਲਾਟ ਕੀਤੀਆਂ ਜਾਂਦੀਆਂ ਨੇ, ਠੀਕ ਹੈ। ਆਬਾਦੀ ਦੇ ਆਧਾਰ ਦੇ ਉੱਤੇ ਸੀਟਾਂ ਅਲਾਟ ਕਰਦੇ ਨੇ ਹਰ ਈਚ ਜਿਹੜੀ ਸਟੇਟਸ ਨੂੰ, ਠੀਕ ਹੈ ਜੀ। ਸੋ ਨੈਕਸਟ ਆਪਾਂ ਗੱਲ ਕਰੀਏ ਤਾਂ ਰਾਜ ਸਭਾ ਦੀ ਵੱਧ ਤੋਂ ਵੱਧ ਗਿਣਤੀ 250 ਮੈਂਬਰ ਹੋ ਸਕਦੇ ਆ। ਸੋ ਇਹ ਤੁਸੀਂ ਯਾਦ ਕਰ ਲੈਣਾ ਵਾ। ਅਗਰ ਆਪਾਂ ਨੂੰ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਆਊਗਾ ਕਿ ਰਾਜ ਸਭਾ ਦੀ ਜਿਹੜੀ ਭਾਰਤ ਦੀ ਰਾਜ ਸਭਾ ਵਾ ਉਹਦੀ ਮੈਕਸਿਮਮ ਸਟਰੈਂਥ ਕਿੰਨੀ ਆ? 250, ਠੀਕ ਹੈ ਜੀ। ਜਿਹੜੇ ਆਪਣੇ ਉੱਪਰਲੇ ਸਦਨ ਆ ਜਿਹੜੇ ਮਤਲਬ ਇਹੀ ਅਪਰ ਹਾਊਸ ਆ, ਠੀਕ ਆ, ਰਾਜ ਸਭਾ ਦੀ ਗੱਲ ਹੋ ਰਹੀ ਆ ਫਿਲਹਾਲ, ਜਿਹੜੀ ਮੌਜੂਦਾ ਗਿਣਤੀ ਆ ਦੀ 245 ਆ, ਠੀਕ ਹੈ ਜੀ। 245 ਦੇ ਵਿੱਚੋਂ ਜਿਹੜੇ 238 ਰਾਜਾਂ ਦੇ, ਠੀਕ ਹੈ ਜੀ, ਪਹਿਲਾਂ ਆਪਾਂ ਟੋਟਲ ਕਰ ਲੈਂਦੇ ਹਾਂ, ਠੀਕ ਹੈ ਜੀ। ਸੋ 245 ਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ 245 ਦੇ ਵਿੱਚੋਂ 233 ਜਿਹੜੇ ਹੁੰਦੇ ਨੇ ਉਹ ਰਾਜਾਂ 'ਚ ਆਉਂਦੇ ਨੇ, ਠੀਕ ਹੈ, ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਹੁੰਦੇ ਨੇ। ਇਹਦੇ ਵਿੱਚੋਂ ਜਿਹੜੇ 12 ਮੈਂਬਰ ਹੁੰਦੇ ਨੇ ਨਾ, 12 ਮੈਂਬਰਾਂ ਨੂੰ ਜਿਹੜਾ ਆਪਣਾ ਰਾਸ਼ਟਰਪਤੀ ਹੁੰਦਾ ਵਾ ਭਾਰਤ ਦਾ ਰਾਸ਼ਟਰਪਤੀ, ਉਹ ਨੋਮੀਨੇਟ ਕਰਦਾ ਆਰਟ ਫੀਲਡ, ਸਪੋਰਟਸ, ਲਿਟਰੇਚਰ ਵਗੈਰਾ ਜਿਹੜੇ ਕਿ ਸਪੈਸ਼ਲ ਕਿਸੇ ਦੇ ਜਾਣੀ ਕਿ ਹੁੰਦੇ ਨੇ, ਠੀਕ ਹੈ ਜੀ। ਸੋ ਇਹ ਹੋ ਗਏ ਆਪਣੇ 245 ਦੀ ਆਪਾਂ ਕਰਦਾ 233 ਜਿਹੜੇ ਇਲੈਕਟ ਹੋ ਕੇ ਹੁੰਦੇ ਨੇ ਤੇ 12 ਹੁੰਦੇ ਨੇ ਜਿਹੜੇ ਨੋਮੀਨੇਟ ਕਰਦਾ ਵਾ ਪ੍ਰੈਜ਼ੀਡੈਂਟ, ਠੀਕ ਹੈ, ਜਿਹੜੇ ਹੈਗੇ ਨੇ ਹੁਣ, ਠੀਕ ਆ। ਸੋ ਅਗਰ ਟੋਟਲ ਦਾ ਅਗਰ ਹਿਸਾਬ ਕਿਤਾਬ ਲਾਈਏ ਆਪਾਂ ਤਾਂ ਟੋਟਲ ਜਿੱਦਾਂ ਕਿ ਇਹਦੀ ਵੱਧ ਤੋਂ ਵੱਧ ਅਗਰ ਆਪਾਂ ਗੱਲ ਕਰੀਏ ਜਿਹੜੀ ਮੈਕਸਿਮਮ ਸਟਰੈਂਥ 250 ਆ, ਠੀਕ ਆ, ਉਹਦੇ ਤੋਂ 238 ਤਾਂ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਹੁੰਦੇ ਆ, ਜਿਹੜੇ ਬਾਕੀ ਵੈਸੇ ਵੱਧ ਤੋਂ ਵੱਧ ਆਪਣੇ 12 ਹੋ ਸਕਦੇ ਨੇ ਜਿਹੜੇ ਆਪਣੇ ਦੂਸਰੇ ਜੋ ਕਿ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਵਾ, ਠੀਕ ਆ। ਪੇਪਰ ਦੇ ਵਿੱਚ ਸਿੱਧਾ ਕੁਐਸਚਨ ਹੁੰਦਾ ਕਿ ਜਿਹੜੇ 12 ਹੁੰਦੇ ਨੇ ਨੋਮੀਨੇਟ ਹੁੰਦੇ ਨੇ ਉਹਨਾਂ ਨੂੰ ਕੌਣ ਅਪਾਇੰਟ ਕਰਦਾ? ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ ਜੀ। ਅੱਗੇ ਆਪਾਂ ਕਰਾਂਗੇ ਜੀ। ਹੁਣ ਸਿੱਧੇ ਤੌਰ ਤੇ ਇਹ ਜਿਹੜੇ 238 ਜਿਹੜੇ ਇਲੈਕਟਡ ਮੈਂਬਰ ਜਿਹੜੇ ਵੱਧ ਤੋਂ ਵੱਧ ਹੋ ਸਕਦੇ ਨੇ ਉਹ ਰਾਜ ਦੀਆਂ ਜਿਹੜੀਆਂ ਵਿਧਾਨ ਸਭਾ ਦੇ ਸੰਬੰਧਿਤ ਹੁੰਦੇ ਨੇ, ਯਾਨੀ ਕਿ ਲੈਜਿਸਲੇਟਿਵ ਅਸੈਂਬਲੀ, ਰਾਜ ਵਿਧਾਨ ਸਭਾਵਾਂ ਦੇ ਜਿਹੜੇ MLA ਹੁੰਦੇ ਨੇ ਨਾ, ਉਹਨਾਂ ਦੁਆਰਾ ਨਾਮਜ਼ਦ ਕੀਤੇ, ਉਹਨਾਂ ਦੁਆਰਾ ਇਲੈਕਟ ਹੋ ਕੇ ਚੁਣ ਕੇ ਆਏ ਜਾਂਦੇ ਨੇ, ਠੀਕ ਹੈ। ਸੋ ਇਲੈਕਸ਼ਨ ਹੁੰਦੇ ਆ, ਠੀਕ ਹੈ ਜੀ, ਇਹਨਾਂ ਦੇ ਵੀ। ਸੋ ਇਹ ਨੋਮੀਨੇਟ ਨਹੀਂ ਹੁੰਦੇ। ਅਗਰ ਆਪਾਂ ਗੱਲ ਕਰੀਏ 80 ਨੰਬਰ ਆਰਟੀਕਲ 83 'ਚ ਲਿਖਿਆ ਹੋਇਆ ਕਿ ਰਾਸ਼ਟਰਪਤੀ ਦੇ ਕਿ ਰਾਜ ਸਭਾ ਦੇ 12 ਮੈਂਬਰਾਂ ਨੂੰ ਰਾਸ਼ਟਰਪਤੀ ਦੁਆਰਾ ਵਿਸ਼ੇਸ਼ ਗਿਆਨ ਨਾਲ ਨਾਮਜ਼ਦ ਕੀਤਾ ਜਾਂਦਾ ਵਾ, ਜਿਹਦੇ ਵਿੱਚ ਕਿ ਵਿਗਿਆਨ, ਕਲਾ, ਸਾਹਿਤ, ਸਮਾਜ ਸੇਵੀ ਵਰਗੀਆਂ ਖੇਤਰਾਂ ਵਿੱਚ ਵਿਵਹਾਰਕ ਅਨੁਭਵ ਹੋਵੇ ਜਿਹੜੇ ਬੰਦੇ ਨੂੰ। ਸੋ ਇਹ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ, ਠੀਕ ਹੈ ਜੀ। ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਕਿ ਹੁਣ ਰਾਜ ਸਭਾ ਵਿੱਚ 245 ਮੈਂਬਰ ਨੇ, ਜਿਹਦੇ 'ਚ 233 ਆਪਾਂ ਪਹਿਲਾਂ ਜ਼ਿਕਰ ਕਰਤਾ ਵਾ ਕਿ 233 ਇਲੈਕਟ ਹੋ ਕੇ ਆਏ ਨੇ ਸਟੇਟਸ ਤੇ ਯੂਟੀਜ਼ ਦੇ ਵਿੱਚੋਂ, ਤੇ 12 ਜਿਹੜੇ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਤੇ 245 ਆ, ਠੀਕ ਆ, ਇਸ ਟਾਈਮ ਦੇ ਉੱਤੇ, ਠੀਕ ਹੈ ਜੀ, ਆਪਣੇ ਜਿਹੜੇ। ਸੋ ਅਗਰ ਆਪਾਂ ਇਹਨਾਂ ਦਾ ਕਾਰਜਕਾਲ ਦੀ ਗੱਲ ਕਰੀਏ ਨਾ, ਰਾਜ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਦਾ ਕਾਰਜਕਾਲ ਹੁੰਦਾ ਵਾ ਜਿੱਦਾਂ ਕਿ ਆਪਾਂ ਲੋਕ ਸਭਾ ਦੇ ਵਿੱਚ ਗੱਲ ਕਰਦੇ ਹਾਂ ਕਿ 5 ਸਾਲ ਬਾਅਦ ਜਦੋਂ ਉਹਨਾਂ ਦੀ ਮਿਆਦ ਪੂਰੀ ਹੋ ਜਾਂਦੀ ਆ ਤਾਂ ਦੁਬਾਰਾ ਫਿਰ ਉਹਨਾਂ ਨੂੰ ਮੈਜੋਰਟੀ ਹਾਸਲ ਕਰਨੀ ਪੈਂਦੀ ਆ, ਚੋਣਾਂ ਹੁੰਦੀਆਂ ਨੇ, ਠੀਕ ਆ। ਸੋ ਲੋਕ ਸਭਾ ਦੇ ਵਿੱਚ ਆਪਾਂ ਇਹ ਵੀ ਦੇਖਿਆ ਸੀ ਕਿ ਜਿਹੜਾ ਆਮ ਪਬਲਿਕ ਜਿੱਦਾਂ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵੋਟਿੰਗ ਕਰਦੇ ਆ ਤੇ ਇੱਕ ਸਿੰਗਲ ਪ੍ਰੈਫਰੈਂਸ ਦੇ ਉੱਤੇ ਵੋਟਿੰਗ ਕਰਦੇ ਆ, ਠੀਕ ਆ, ਵੀ ਇਹਨੂੰ ਚੁਣ ਲਿਆ, ਇੱਕ ਨੂੰ ਚੁਣ ਲਿਆ, ਇੱਕ ਨੂੰ ਵੋਟਿੰਗ ਕਰਦੇ ਆ। ਬਟ ਇਹਦੇ ਵਿੱਚ ਕੀ ਹੁੰਦਾ ਜੀ, ਇਹਦੇ ਵਿੱਚ ਜੀ 1/3 ਮੈਂਬਰ ਜਿਹੜੇ ਹੁੰਦੇ ਨੇ, ਠੀਕ ਆ ਜੀ, ਉਹ ਰਿਟਾਇਰ ਹੁੰਦੇ ਨੇ ਹਰੇਕ ਦੂਜੇ ਸਾਲ ਦੇ ਅੰਤ ਦੇ ਵਿੱਚ, 2-2 ਸਾਲ ਬਾਅਦ। ਵੈਸੇ ਇਹਨਾਂ ਦੀ ਜਾਣੀ ਕਿ ਇੱਕ ਮੈਂਬਰ ਦੀ ਜਿਹੜੀ ਆਪਣੀ ਮਿਆਦ ਹੁੰਦੀ ਆ, ਠੀਕ ਆ, ਜੋ ਇਹਦੀ ਟਰਮ ਹੁੰਦੀ ਆ ਇੱਕ ਮੈਂਬਰ ਦੀ, ਸਿੰਗਲ ਮੈਂਬਰ ਦੀ 6 ਸਾਲ ਹੁੰਦੀ ਆ। ਬਟ ਇਦਾਂ ਨਹੀਂ ਹੁੰਦਾ ਕਿ ਸਾਰੀ ਦੀ ਸਾਰੇ, ਕਿਉਂਕਿ ਇਹ ਇੱਕ ਸਥਾਈ ਸਦਨ ਹੈ, ਇਹਦੇ ਵਿੱਚ ਇਦਾਂ ਨਹੀਂ ਕਿ ਸਾਰਾ ਦਾ ਸਾਰਾ ਭੰਗ ਹੋ ਜਾਊਗਾ ਵੀ ਸਾਰੇ ਜਿੰਨੇ ਆਪਣੇ ਮੰਨ ਲਓ 245 ਮੈਂਬਰ ਨੇ, ਇਦਾਂ ਨਹੀਂ ਕਿ
245 ਦਾ 245 ਇੱਕਦਮ ਇਹਨਾਂ ਨੂੰ ਸਾਰਿਆਂ ਨੂੰ ਦੁਬਾਰਾ ਤੋਂ ਇਲੈਕਟ ਹੋਣਗੇ, ਠੀਕ ਆ। ਸੋ ਇਹ ਚੱਲਦਾ ਰਹਿੰਦਾ ਵਾ। ਸੋ ਇਹਦੇ ਲਈ ਉਹੀ ਆ ਕਿ 2/3 1/3 ਹਿੱਸਾ ਜਿਹੜਾ ਹੁੰਦਾ ਵਾ ਉਹ ਰਿਟਾਇਰ ਹੁੰਦੇ ਨੇ, ਤੇ ਉਹਦੀ ਜਗ੍ਹਾ ਦੇ ਉੱਤੇ ਜਦੋਂ ਸੀਟਾਂ ਵੈਕੈਂਟ ਹੋ ਜਾਂਦੀਆਂ ਨੇ ਤਾਂ ਇੱਕ ਟਾਈਮ ਪੀਰੀਅਡ ਹੁੰਦਾ ਜਿਹਦੇ ਵਿੱਚ ਕਿ ਜਿਹੜੇ ਆਪਣੇ ਸਟੇਟ ਵੱਲੋਂ ਜਿਹੜੀ ਸਟੇਟ ਦੇ ਵਿੱਚੋਂ ਜਿਹੜੀਆਂ ਸੀਟਾਂ ਵੈਕੈਂਟ ਹੁੰਦੀਆਂ ਨੇ ਉਹ ਉਹਦੇ ਵਿੱਚ, ਠੀਕ ਆ ਜੀ, ਇਲੈਕਟ ਹੋ ਕੇ ਚਲੇ ਜਾਂਦੇ ਨੇ ਦੁਬਾਰੇ ਫਿਰ ਰਾਜ ਸਭਾ 'ਚ। ਜਿੱਦਾਂ ਹੁਣ ਆਪਾਂ ਦੇਖਿਆ, ਆਪਾਂ ਪੰਜਾਬ ਦੀ ਲੈ ਲੈਂਦੇ ਹਾਂ, ਠੀਕ ਆ ਜੀ। ਪੰਜਾਬ ਦੇ ਵਿੱਚ ਵੈਸੇ ਆਪਣੀ 7 ਰਾਜ ਸਭਾ ਦੀਆਂ ਸੀਟਾਂ ਨੇ, ਠੀਕ ਆ। ਸੋ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ, 7 ਰਾਜ ਸਭਾ ਦੀਆਂ ਨੇ, 117 ਆਪਣੀਆਂ ਹੈਗੀਆਂ ਨੇ ਵਿਧਾਨ ਸਭਾ ਅਸੈਂਬਲੀ ਦੀਆਂ, ਤੇ 13 ਆਪਣੀਆਂ ਹੈਗੀਆਂ ਲੋਕ ਸਭਾ ਦੀਆਂ। ਹੁਣ ਦੇਖੋ ਜੀ, 7 ਵੈਸੇ ਤਾਂ ਸੀਟਾਂ 7 ਨੇ, ਹੈ ਨਾ। ਹੁਣ ਆਪਾਂ ਹੁਣੇ ਜੇ ਪਿੱਛੇ ਜੇ ਆਪਣੀ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੇ ਸੀ, ਠੀਕ ਆ ਜੀ, ਉਹਦੇ ਵਿੱਚ ਹੁਣ ਆਪਾਂ ਦੇਖਿਆ ਕਿ ਜਿਹੜੇ ਰਾਜ ਸਭਾ ਦੇ ਵਿੱਚ ਜਿਹੜੇ ਇਲੈਕਟ ਹੋ ਕੇ ਆਪਣੇ ਬੰਦੇ ਭੇਜੇ ਨੇ, ਠੀਕ ਆ ਜੀ, ਆਪਣੇ ਮੈਂਬਰ ਭੇਜੇ ਨੇ, ਉਹ ਜਿਹੜੇ ਸੀਗੇ 5 ਹੀ ਭੇਜੇ ਨੇ, ਕਿਉਂਕਿ ਉਹ 5 ਦਾ ਹੀ ਕਾਰਜਕਾਲ ਖਤਮ ਹੋਇਆ ਸੀ, ਕਿਉਂਕਿ 1/3 ਮੈਂਬਰ ਜਿਹੜੇ ਨੇ ਹਰੇਕ ਦੂਜੇ ਸਾਲ ਤੋਂ ਬਾਅਦ ਰਿਟਾਇਰ ਹੁੰਦੇ ਨੇ, ਠੀਕ ਆ। ਹੁਣ ਆਈ ਹੋਪ ਕਿ ਤੁਸੀਂ ਹੁਣ ਇਹ ਚੀਜ਼ ਨੂੰ ਸਮਝ ਚੁੱਕੇ ਹੋਵੋਗੇ ਕਿ ਜਿਹੜੇ ਉਹ 5 ਭੇਜੇ ਨੇ ਸਿਰਫ ਉਹਨਾਂ ਦੀਆਂ ਹੀ ਵੈਕੈਂਸੀਜ਼ ਖਾਲੀ ਪਈਆਂ ਸੀ ਉੱਥੇ ਰਾਜ ਸਭਾ ਦੇ ਵਿੱਚ। ਸੋ ਉਹ 5 ਮੈਂਬਰ ਜਿਹੜੇ ਜਿੱਦਾਂ ਕਿ ਹਰਭਜਨ ਸਿੰਘ ਹੋ ਗਏ, ਅਸ਼ੋਕ ਮਿੱਤਲ ਹੋ ਗਏ, ਰਾਘਵ ਚੱਡਾ ਹੋ ਗਏ, ਇਹ ਸਾਰੇ ਜਿਹੜੇ ਸੀਗੇ, ਠੀਕ ਆ। ਸੋ ਇਹ ਸਾਰੇ ਆਪਣੇ ਰਾਜ ਸਭਾ ਦੇ ਵਿੱਚ ਭੇਜੇ ਗਏ, ਠੀਕ ਆ। ਸਟੇਟ ਅਸੈਂਬਲੀ ਜਿਹੜੀ ਆਪਣੀ, ਠੀਕ ਆ, ਪੰਜਾਬ ਦੀ ਵਿਧਾਨ ਸਭਾ, ਇਹਦੇ ਮੈਂਬਰਾਂ ਦੁਆਰਾ ਇਲੈਕਟ ਕਰਕੇ ਭੇਜੇ ਗਏ ਨੇ, ਠੀਕ ਆ ਜੀ। ਸੋ ਇਲੈਕਸ਼ਨ ਹੁੰਦੇ ਨੇ, ਤੇ ਇਲੈਕਸ਼ਨ ਦੇ ਵਿੱਚ ਇਹਦੇ ਵਿੱਚ ਨਾ ਸਿੰਗਲ ਟਰਾਂਸਫਰੇਬਲ ਵੋਟ ਹੁੰਦੀ ਆ, ਠੀਕ ਆ ਜੀ, ਜਿਹਦੇ ਵਿੱਚ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿੱਦਾਂ ਆਹ 1 2 3 ਮੈਂਬਰ ਦੇ ਮੰਨ ਲਓ, ਠੀਕ ਆ ਜੀ, ਪਹਿਲੀ ਪ੍ਰੈਫਰੈਂਸ, ਦੂਜੀ ਪ੍ਰੈਫਰੈਂਸ, ਤੀਜੀ ਪ੍ਰੈਫਰੈਂਸ, ਠੀਕ ਆ। ਮੰਨ ਲਓ ਇਹਦੇ ਵਿੱਚ ਉਹਦੀ MLA ਦੀ ਵੋਟਸ ਦੀ ਇੱਕ ਵੈਲਿਊ ਹੁੰਦੀ ਆ। ਮੰਨ ਲਓ ਇਸ ਬੰਦੇ ਦੀ ਸਭ ਤੋਂ ਘੱਟ ਵੋਟਿੰਗ ਹੋਈ, ਠੀਕ ਆ ਜੀ। ਸੋ ਇਹਨਾਂ ਨੂੰ ਤਾਂ ਇੱਕ ਸੀਟ ਚਾਹੀਦੀ ਹੈ, ਠੀਕ ਆ। 4 ਬੰਦੇ ਆਪਾਂ ਮੰਨ ਲੈਂਦੇ ਆ, ਠੀਕ ਆ ਜੀ। ਸੋ ਮੰਨ ਲਓ 3 ਨੰਬਰ ਦੀ ਨਹੀਂ ਹੋਈ, ਠੀਕ ਆ। ਸੋ ਮੰਨ ਲਓ ਇਹਦੇ 3 ਦੇ ਵਿੱਚ 5 ਵੋਟਾਂ ਪਈਆਂ ਸੀ, ਠੀਕ ਆ। ਸੋ ਜਿਹੜੀਆਂ 5 ਵੋਟਾਂ ਨੇ ਇਹਨੂੰ ਕੈਂਸਲ ਕਰਕੇ ਇਹਨਾਂ ਨੇ ਕੀ ਕਰਨਾ ਵਾ ਜੀ, ਜਿਹੜੀ ਇਹਦੀ ਸੈਕੰਡ ਪ੍ਰੈਫਰੈਂਸ ਸੈੱਟ ਕੀਤੀ ਹੋਊਗੀ ਉੱਧਰ ਚਲੀਆਂ ਜਾਣਗੀਆਂ। ਮੰਨ ਲਓ 1 ਦੇ ਵਿੱਚ ਚਲੀਆਂ ਗਈਆਂ, ਠੀਕ ਆ ਜੀ। 1 ਦੇ ਵਿੱਚ ਜਦੋਂ ਜਾਣਗੀਆਂ ਫਿਰ ਉਸ ਤੋਂ ਬਾਅਦ ਉਹ ਮੇਜੋਰਟੀ ਦੇਖਦੇ ਆ ਕਿ ਹਾਂ ਇਹ 1 ਵਾਲਾ ਬੰਦਾ ਸਿਲੈਕਟ ਹੋ ਜਾਏਗਾ। ਅਗਰ ਫਿਰ ਵੀ ਨਹੀਂ ਹੋਏਗਾ ਤਾਂ ਫਿਰ ਉਸ ਤੋਂ ਵੀ ਜਿਹੜੀ ਥੱਲੇ ਵਾਲੀ ਘੱਟ ਵਾਲੀ ਆ ਤਾਂ ਉਹਨੂੰ ਕੱਟ ਕੇ ਫਿਰ ਉਹਦੀ ਜਿਹੜੀ ਸੈਕੰਡ ਪ੍ਰੈਫਰੈਂਸ ਆ ਉਹਨੂੰ ਚਲੀਆਂ ਜਾਣਗੀਆਂ। ਯਾਨੀ ਕਿ ਮੋਟਾ ਤੁਸੀਂ ਹਿਸਾਬ ਲਾਓ ਕਿ ਸਿੰਗਲ ਜਿਹੜੀ ਟਰਾਂਸਫਰੇਬਲ ਵੋਟ ਹੁੰਦੀ ਆ ਇਹਦੇ ਵਿੱਚ, ਠੀਕ ਆ। ਸੋ ਇੱਕ MLA ਦੀ ਵੋਟਸ ਦੀ ਵੈਲਿਊ ਕੱਢ ਕੇ, ਠੀਕ ਆ ਜੀ। ਸੋ ਇਹ ਆਪਾਂ ਕਰ ਚੁੱਕੇ ਹਾਂ ਹੁਣ, ਠੀਕ ਆ ਜੀ। ਸੋ ਇਹ 5 ਮੈਂਬਰ ਜਿਹੜੇ ਆਪਾਂ ਭੇਜੇ ਸੀਗੇ, ਠੀਕ ਆ, ਰਾਜ ਸਭਾ ਦੇ ਵਿੱਚ। ਸੋ ਇਹਨਾਂ ਨੂੰ ਕੌਣ ਇਲੈਕਟ ਕਰਦਾ ਵਾ? ਇਹਨਾਂ ਨੂੰ ਇਲੈਕਟ ਕਰਦੇ ਆ ਆਪਣੇ ਜਿਹੜੇ ਸਟੇਟ ਅਸੈਂਬਲੀ ਦੇ ਵਿਧਾਨ ਸਭਾ ਦੇ ਜਿਹੜੇ MLA ਹੁੰਦੇ ਨੇ, ਠੀਕ ਆ ਜੀ। ਸੋ ਹੁਣ ਆਪਣਾ ਆਲਮੋਸਟ ਇਹ ਖਤਮ ਹੋ ਚੁੱਕਿਆ। ਬਸ ਹੁਣ ਆਪਾਂ ਯੋਗਤਾ ਦੇਖਾਂਗੇ ਕਿ ਰਾਜ ਸਭਾ ਦੇ ਮੈਂਬਰ ਬਣਨ ਲਈ ਯੋਗਤਾ ਕੀ ਹੁੰਦੀ ਹੈ। ਪਹਿਲਾਂ ਤਾਂ ਜੀ ਉਹ ਕਹਿੰਦਾ ਜੀ ਭਾਰਤ ਦਾ ਨਾਗਰਿਕ ਹੋਵੇ, ਜਿਹੜਾ ਕਿ ਸਾਰਿਆਂ ਦੇ ਵਿੱਚ ਹੀ ਹੈ ਨਾ ਹੈਗਾ ਵਾ ਆਪਣਾ। ਉਮਰ ਮੋਸਟ ਇੰਪੋਰਟੈਂਟ ਆ। ਪੇਪਰ ਦੇ ਵਿੱਚ ਤੁਹਾਨੂੰ ਇੰਨਾ ਕਨਫਿਊਜ਼ ਕਰਦੇ ਨੇ ਨਾ ਇਹ, ਤੁਹਾਡੇ ਜਿੰਨੇ ਵੀ ਕਨਸਟੀਟਿਊਸ਼ਨ ਦੇ ਵਿੱਚ ਜੋ ਇੱਦਾਂ ਦਾ ਜਿੱਦਾਂ ਪ੍ਰੈਜ਼ੀਡੈਂਟ ਦੀ ਉਮਰ ਹੋਗੀ, ਆਪਣੀ ਪ੍ਰਾਈਮ ਮਿਨਿਸਟਰ ਦੀ, ਇਹ ਘੱਟ ਤੋਂ ਘੱਟ ਉਮਰ ਜ਼ਰੂਰ ਪੁੱਛਣਗੇ। ਹਰੇਕ ਪੇਪਰ ਦੇ ਵਿੱਚ ਇਹ ਰਿਪੀਟ ਹੁੰਦਾ, ਚਾਹੇ ਛੋਟਾ ਪੇਪਰ ਆ ਚਾਹੇ ਵੱਡਾ ਪੇਪਰ ਆ। ਇਹਨੂੰ ਤੁਸੀਂ ਡਬਲ ਸਟਾਰ ਮਾਰਕ ਕਰ ਲਓ, ਠੀਕ ਆ ਜੀ। ਇਹਦੀ ਉਮਰ ਘੱਟੋ ਘੱਟ ਜਿਹੜੀ ਰਾਜ ਸਭਾ ਦੇ ਮੈਂਬਰ ਬਣਨ ਲਈ ਘੱਟ ਤੋਂ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ, ਠੀਕ ਆ। ਯਾਦ ਕਰ ਲੈਣੀਆਂ ਤੁਸੀਂ ਇਹ। ਹੁਣ ਜੀ ਕਹਿੰਦਾ ਜੀ ਸੰਸਦ ਦੁਆਰਾ ਨਿਰਧਾਰਿਤ ਕੀਤੀਆਂ ਗਈਆਂ ਹੋਰ ਯੋਗਤਾਵਾਂ ਵੀ ਹੋਣੀਆਂ ਚਾਹੀਦੀਆਂ ਜੋ ਕਿ ਸੰਸਦ ਨੇ ਨਿਰਧਾਰਿਤ ਕੀਤੀਆਂ ਨੇ, ਠੀਕ ਹੈ ਜੀ। ਹੁਣ ਮੇਨ ਇਹਦੇ ਵਿੱਚ ਸੰਸਦ ਨੇ ਲੋਕਾਂ ਦੀ ਪ੍ਰਤੀਨਿਧਤਾ ਐਕਟ ਬਣਾਇਆ ਸੀ ਜਿਹੜਾ 1952 ਦੇ ਵਿੱਚ। ਉਹਦੇ ਵਿੱਚ ਵਾਧੂ ਯੋਗਤਾਵਾਂ, ਜੋ ਵੀ ਯੋਗਤਾ ਹੋਣੀ ਚਾਹੀਦੀ ਹੈ ਉਹ ਸਾਰਾ ਹੋਊਗਾ, ਠੀਕ ਹੈ ਜੀ। ਇਹਦੇ ਵਿੱਚ ਜੋ ਇੰਨਾ ਆਪਾਂ ਨੂੰ ਡਿਟੇਲ ਦੇ ਵਿੱਚ ਪੜ੍ਹਨ ਦੀ ਲੋੜ ਨਹੀਂ, ਆਪਣਾ ਜਸਟ ਇਹ ਸੀਗਾ ਵੀ ਜਿਹੜੀ ਉਮਰ, ਮੇਨ ਉਹ ਉਮਰ ਪੁੱਛਦਾ ਵੀ ਘੱਟ ਤੋਂ ਘੱਟ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਦੀ ਕਿੰਨੀ ਉਮਰ ਹੋਣੀ ਚਾਹੀਦੀ ਆ, ਉਹ ਆਪਾਂ ਕਰ ਲਈ ਹੋਈ ਆ। ਹੁਣ ਜੀ ਕਿਸੇ ਰਾਜ ਜਾਂ ਸੰਘ ਇਲਾਕਾ ਵਿੱਚ ਸੰਸਦੀ ਹਲਕੇ ਵੱਲੋਂ ਇੱਕ ਆਹ ਚੀਜ਼ ਹੁੰਦੀ ਹੈ ਕਿ ਵੋਟਰ ਵਜੋਂ ਉਹ ਰਜਿਸਟਰ ਹੋਣਾ ਲਾਜ਼ਮੀ ਹੋਣਾ ਚਾਹੀਦਾ ਵਾ, ਠੀਕ ਹੈ ਜੀ, ਕਿਸੇ ਦੇ ਵਿੱਚ ਵੀ। ਹੁਣ ਅੱਗੇ ਆ ਗਿਆ ਜੀ, ਜੇਕਰ ਮੰਨ ਲਓ ਕਿਸੇ, ਕਿਉਂਕਿ ਇਹਦੇ ਵਿੱਚ ਕੁਝ ਰਾਖਵੀਆਂ ਸੀਟਾਂ ਵੀ ਹੁੰਦੀਆਂ, ਠੀਕ ਆ। ਸੋ ਕਹਿੰਦੇ ਜਿਹੜੀਆਂ ਰਾਖਵੀਆਂ ਸੀਟਾਂ ਤੋਂ ਜੇਕਰ ਕੋਈ ਚੋਣ ਲੜਨਾ ਚਾਹੁੰਦਾ ਤਾਂ ਉਹਨੂੰ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲਿਆਂ ਦਾ ਮੈਂਬਰ ਹੋਣਾ ਚਾਹੀਦਾ ਵਾ, ਠੀਕ ਹੈ ਜੀ। ਸੋ ਸਿੰਪਲ ਹੋ ਗਿਆ ਹੋਇਆ। ਹੁਣ ਅੱਗੇ ਆ ਗਿਆ ਕਿ ਉਹਨੂੰ ਡਿਸਕੁਆਲੀਫਿਕੇਸ਼ਨ ਕਿੱਦਾਂ ਹੋ ਜਾਂਦੀ ਆ। ਹੁਣ ਸਭ ਤੋਂ ਪਹਿਲਾਂ ਆਪਣੀ ਕੁਐਸਚਨ ਆਊਗਾ, ਚਾਹੇ ਉਹ ਲੋਕ ਸਭਾ ਦਾ ਵਾ ਚਾਹੇ ਉਹ ਰਾਜ ਸਭਾ ਦਾ ਵਾ, ਠੀਕ ਆ। ਇਹਨਾਂ ਦੀ ਜਿਹੜੀ ਡਿਸਕੁਆਲੀਫਿਕੇਸ਼ਨ ਮੈਂਬਰਾਂ ਦੀ ਆ ਵੀ ਕਿਸ ਤਰ੍ਹਾਂ ਹੋ ਸਕਦੀ ਆ, ਉਹ ਆਰਟੀਕਲ 110 ਦੇ ਵਿੱਚ ਦਰਜ ਆ। ਇਹ ਆਰਟੀਕਲ ਤੁਸੀਂ ਯਾਦ ਕਰ ਲੈਣਾ, ਆਰਟੀਕਲ 110 ਦੇ ਵਿੱਚ ਇਹਦੀ ਡਿਸਕੁਆਲੀਫਿਕੇਸ਼ਨ ਦਰਜ ਆ। ਹੁਣ ਜੀ ਭਾਰਤੀ ਸੰਵਿਧਾਨ ਦਾ ਅਨੁਛੇਦ 102 ਕਹਿੰਦਾ ਕਿ ਕਿਸੇ ਅਜਿਹੇ ਵਿਅਕਤੀ ਨੂੰ ਅਯੋਗ ਕਰਾਰ ਦਿੱਤਾ ਜਾਵੇ ਜਿਹੜਾ ਕਿ ਸੰਸਦ ਦਾ ਮੈਂਬਰ ਆ। ਕਿਸ ਤਰ੍ਹਾਂ ਨਾਲ ਅਯੋਗ ਕਰਾਰ ਦਿੱਤਾ ਜਾ ਸਕਦਾ? ਹੁਣ ਜੀ ਜੇਕਰ ਕੇਂਦਰ ਜਾਂ ਰਾਜ ਸਰਕਾਰ ਦੇ ਅਧੀਨ ਕੋਈ ਲਾਭ ਦਾ ਅਹੁਦਾ ਨਹੀਂ ਹੋਣਾ ਚਾਹੀਦਾ ਉਹਦਾ, ਜੇ ਉਹਦਾ ਲਾਭ ਦਾ ਅਹੁਦਾ ਵਾ ਕੇਂਦਰ ਜਾਂ ਸਟੇਟ ਸਰਕਾਰ ਦੇ ਨਾਲ, ਫੇਰ ਨਹੀਂ ਉਹ ਹੋਏਗਾ, ਠੀਕ ਹੈ ਜੀ। ਜੇਕਰ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਤੇ ਅਦਾਲਤ ਦੁਆਰਾ ਘੋਸ਼ਿਤ ਕੀਤਾ ਗਿਆ ਤਾਂ ਵੀ ਉਹਨੂੰ ਹੋ ਜਾਏਗਾ, ਠੀਕ ਹੈ ਜੀ। ਜੇਕਰ ਵਿਅਕਤੀ ਗੈਰ ਡਿਸਚਾਰਜ ਦਿਵਾਲੀਆ ਵਾ ਤਾਂ ਵੀ ਉਹਨੂੰ ਅਯੋਗ ਕਰਾਰ ਦਿੱਤਾ ਜਾਊਗਾ, ਠੀਕ ਹੈ। ਜੇਕਰ ਵਿਅਕਤੀ ਭਾਰਤੀ ਨਾਗਰਿਕ ਨਹੀਂ ਗਾ ਤੇ ਉਹਨੇ ਮਰਜ਼ੀ ਨਾਲ ਵਿਦੇਸ਼ ਦੀ ਨਾਗਰਿਕਤਾ ਹਾਸਲ ਕੀਤੀ ਆ ਤਾਂ ਵੀ, ਠੀਕ ਹੈ ਜੀ। ਜੇਕਰ ਅਜਿਹਾ ਸੰਸਦ ਦੁਆਰਾ ਬਣਾਏ ਗਏ ਕਿਸੇ ਕਾਨੂੰਨ ਦੇ, ਮੰਨ ਲਓ ਕਿਸੇ ਪਾਰਲੀਮੈਂਟ ਨੇ ਕੋਈ ਕਾਨੂੰਨ ਬਣਾਇਆ ਵਾ ਕਿ ਇਹਦੇ ਤਹਿਤ ਸਮੇਂ-ਸਮੇਂ ਤੇ ਚੇਂਜ ਹੁੰਦਾ ਵਾ, ਠੀਕ ਆ, ਤਾਂ ਵੀ ਉਹ ਅਯੋਗ ਵਾ ਤਾਂ ਵੀ। ਹੁਣ ਆਹ ਮਹੀਨਾ ਆ ਗਿਆ ਕਿ ਰਾਜ ਸਭਾ ਦੇ ਮੈਂਬਰਾਂ ਨੂੰ ਜੇਕਰ ਰਾਸ਼ਟਰਪਤੀ ਚਾਹੇ, ਠੀਕ ਆ, ਚੋਣ ਕਮਿਸ਼ਨ ਦੀ ਰਾਏ ਲੈ ਸਕਦਾ ਵਾ। ਰਾਏ ਲੈਣ ਤੋਂ ਬਾਅਦ ਉਹ ਅਯੋਗ ਕਰਾਰ ਕਰ ਸਕਦਾ ਵਾ ਕਿ ਹਾਂ ਇਹ ਯੋਗ ਹੈਗਾ ਇਸ ਲਈ ਕਿ ਨਹੀਂ ਗਾ, ਠੀਕ ਹੈ ਜੀ। ਸੋ ਇਹ ਹੋ ਗਿਆ ਆਪਣਾ, ਠੀਕ ਹੈ ਜੀ। ਹੁਣ ਆਪਣਾ ਪਾਰਲੀਮੈਂਟ ਦਾ ਹੁਣ ਆਪਾਂ ਲੋਕ ਸਭਾ ਕਰਾਂਗੇ, ਠੀਕ ਹੈ ਜੀ। ਲੋਕ ਸਭਾ, ਠੀਕ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਹਾਊਸ ਆਫ ਪੀਪਲ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਇਹ ਆਪਣਾ ਆਰਟੀਕਲ ਨੰਬਰ 81 ਦੇ ਵਿੱਚ ਦਰਜ ਆ, ਠੀਕ ਹੈ। ਰਾਜ ਸਭਾ ਆਪਾਂ ਕੀਤਾ ਸੀ ਕਿ 80 ਦੇ ਵਿੱਚ ਦਰਜ ਆ, 79 ਦੇ ਵਿੱਚ ਆਪਣਾ ਸੰਸਦ ਦਾ ਦਰਜ ਆ, ਠੀਕ ਹੈ ਜੀ। ਹੁਣ ਇਹਨੂੰ ਕਹਿੰਦੇ ਜੀ, ਇਹਨੂੰ ਆਪਾਂ ਹੇਠਲਾ ਸਦਨ ਵੀ ਕਹਿ ਦਿੰਦੇ ਹਾਂ, ਠੀਕ ਹੈ, ਲੋਅਰ ਹਾਊਸ ਕਹਿ ਦਿੰਦੇ ਹਾਂ, ਹਾਊਸ ਆਫ ਪੀਪਲ ਕਹਿ ਦਿੰਦੇ ਹਾਂ। ਲੋਕ ਸਭਾ ਦੀ ਜਿਹੜੀ ਮੈਕਸੀਮਮ ਸਟਰੈਂਥ ਆ ਨਾ ਉਹ ਹੈਗੀ ਆ 552,
ਠੀਕ ਹੈ। 552 ਮੈਕਸੀਮਮ ਸਟਰੈਂਥ ਆ ਆਪਣੀ, ਠੀਕ ਹੈ, ਲੋਕ ਸਭਾ ਦੀ। ਵੈਸੇ ਆਪਣੀ ਆਬਾਦੀ ਦੇ ਹਿਸਾਬ ਦੇ ਨਾਲ ਇਹ ਘਟਦਾ ਵੱਧਦਾ ਰਹਿੰਦਾ ਵਾ, ਠੀਕ ਹੈ ਜੀ। ਹੁਣ ਅਗਰ ਆਪਾਂ ਗੱਲ ਕਰੀਏ ਇਹਨਾਂ ਵਿੱਚੋਂ ਜਿਹੜੇ 530 ਰਾਜਾਂ ਦੇ ਨੁਮਾਇੰਦੇ ਹੁੰਦੇ ਨੇ, ਠੀਕ ਹੈ, ਜਿਹੜੇ 530 ਰਾਜਾਂ ਵੱਲੋਂ ਆਉਂਦੇ ਨੇ। ਲੋਕ ਸਭਾ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਕਿ ਲੋਕ ਸਭਾ ਦੀਆਂ ਚੋਣਾਂ ਕਿੱਦਾਂ ਹੁੰਦੀਆਂ ਨੇ। ਸੋ ਸਿੰਗਲ ਵੋਟ ਪੈਂਦੀ ਆ, 18 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਵਿਅਕਤੀ ਵੋਟਿੰਗ ਕਰ ਸਕਦਾ ਵਾ ਇਹਦੇ ਵਿੱਚ। ਇਹ ਲੋਕਾਂ ਦੁਆਰਾ ਇਸੇ ਲਈ ਚੁਣੀ ਜਾਂਦੀ ਆ, ਠੀਕ ਹੈ ਜੀ, ਕਿਉਂਕਿ ਇਹ ਲੋਕਾਂ ਦੁਆਰਾ ਚੁਣੀ ਜਾਂਦੀ ਆ, ਜਿਹਦੇ ਕਰਕੇ ਇਹਨੂੰ ਹਾਊਸ ਆਫ ਪੀਪਲ ਕਹਿੰਦੇ ਆ। ਕਿਉਂਕਿ ਜਿਹੜੀ ਸਰਕਾਰ ਆ ਨਾ, ਅਸਲੀ ਆਪਾਂ ਦੇਖਦੇ ਹਾਂ ਕਿ ਸਰਕਾਰ ਤਾਂ ਹੀ ਜਿਹੜੇ ਜ਼ਿਆਦਾਤਰ ਪਾਵਰਸ ਦਿੱਤੀਆਂ ਨੇ ਉਹ ਜ਼ਿਆਦਾਤਰ ਲੋਕ ਸਭਾ ਨੂੰ ਹੀ ਪਾਵਰਸ ਜ਼ਿਆਦਾ ਨੇ, ਠੀਕ ਹੈ ਜੀ। ਸੋ ਅਗਰ ਆਪਾਂ 20 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਪ੍ਰਤੀਨਿਧੀ ਹੁੰਦੇ ਨੇ, ਠੀਕ ਹੈ ਜੀ, ਜੋ ਲੋਕਾਂ ਦੁਆਰਾ ਸਿੱਧੇ ਤੌਰ ਤੇ ਚੁਣੇ ਜਾਂਦੇ ਨੇ, ਠੀਕ ਹੈ ਜੀ। ਹੁਣ ਇਹਦੇ ਵਿੱਚ 530 ਤਾਂ ਹੋ ਗਏ ਸਾਡੇ ਕੋਲੇ ਆਪਣੇ ਰਾਜਾਂ ਦੇ, 20 ਮੈਂਬਰ ਜਿੱਥੇ ਮਤਲਬ ਕਿ ਆਪਣੀ ਯੂਟੀਸ ਦੇ ਵਿੱਚ ਚੋਣਾਂ ਹੁੰਦੀਆਂ ਨੇ, ਤਾਂ ਉਹਦੇ ਵਿੱਚੋਂ 20 ਮੈਂਬਰ ਉੱਧਰੋਂ ਆ ਸਕਦੇ ਨੇ ਯੂਟੀ ਦੇ ਵਿੱਚੋਂ, ਤੇ ਪਲੱਸ, ਠੀਕ ਹੈ, ਵੱਧ ਤੋਂ ਵੱਧ ਆਏ ਸਟਰੈਂਥ ਦੇ ਹਿਸਾਬ ਨਾਲ। ਤੇ 2 ਮੈਂਬਰ ਜਿਹੜੇ ਸੀਗੇ ਨਾ ਐਂਗਲੋ ਇੰਡੀਅਨ ਭਾਈਚਾਰੇ ਤੋਂ, ਠੀਕ ਹੈ, ਐਂਗਲੋ ਇੰਡੀਅਨ ਕਮਿਊਨਿਟੀ ਤੋਂ ਰਾਸ਼ਟਰਪਤੀ ਨੋਮੀਨੇਟ ਕਰਦਾ। ਬਟ 2019 ਦੇ ਵਿੱਚ ਨਾ 104ਵੀਂ ਅਮੈਂਡਮੈਂਟ ਹੋਈ ਸੀਗੀ, ਜਿਹਦੇ ਵਿੱਚ ਕਿ ਇਹ ਵਾਲਾ ਅੱਗੇ ਟਿਲ ਫਰਦਰ ਡਿਸਕੰਟੀਨਿਊ ਕਰਤਾ ਕਿ ਹੁਣ ਅੱਗੇ ਤੋਂ ਮਤਲਬ ਜਿਹੜੇ 2 ਮੈਂਬਰ ਐਂਗਲੋ ਇੰਡੀਅਨ ਕਮਿਊਨਿਟੀ ਦੇ ਅਪਾਇੰਟ ਕਰਦਾ ਵਾ ਰਾਸ਼ਟਰਪਤੀ, ਇਹ ਨਹੀਂ ਹੋਊਗੀ। ਸੋ ਫਿਲਹਾਲ ਆਪਾਂ ਲਾ ਸਕਾਂਗੇ ਹੁਣ ਵੀ, ਫਿਰ ਇਹਦੀ ਸਟਰੈਂਥ ਆਪਣੀ 550 ਹੀ ਰਹਿ ਗਈ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਾਂਗੇ ਜੀ। ਹੁਣ ਇਸ ਟਾਈਮ ਦੇ ਉੱਤੇ ਮੌਜੂਦਾ ਗਿਣਤੀ ਦੇ ਵਿੱਚ 543 ਆ, ਅਦਰਵਾਈਜ਼ ਤਾਂ ਵੈਸੇ ਤਾਂ 545 ਬਣਦੀ ਆ, ਠੀਕ ਹੈ, ਅਗਰ ਆਪਾਂ ਐਂਗਲੋ ਇੰਡੀਅਨ ਨੂੰ ਉਹ ਕਰ ਦਿੰਦੇ ਹਾਂ, ਠੀਕ ਹੈ। ਅਗਰ ਆਪਾਂ ਐਂਗਲੋ ਇੰਡੀਅਨ ਨੂੰ ਰਿਮੂਵ ਕਰਦੇ ਹਾਂ, ਹੁਣ ਜਿਹੜੇ ਕਿ 104ਵੀਂ ਅਮੈਂਡਮੈਂਟ ਦੇ ਵਿੱਚ ਰਿਮੂਵ ਕੀਤਾ ਹੋਇਆ ਵਾ, ਉਹਦੇ ਵਿੱਚ 530 ਰਾਜਾਂ ਦੇ ਪ੍ਰਤੀਨਿਧੀ ਇਸ ਸਮੇਂ 13 ਯੂਟੀ ਦੇ ਨੇ, ਠੀਕ ਹੈ। ਐਂਗਲੋ ਇੰਡੀਅਨ ਵਾਲੇ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਜਿਹੜੇ 2 ਮੈਂਬਰ ਉਹ ਅਪਾਇੰਟ ਕਰਦਾ ਸੀਗਾ ਆਪਣਾ, ਠੀਕ ਹੈ, ਰਾਸ਼ਟਰਪਤੀ, ਉਹ ਇਸ ਟਾਈਮ ਦੇ ਉੱਤੇ ਅਬੋਲਿਸ਼ ਕਰ ਦਿੱਤਾ ਵਾ, ਠੀਕ ਹੈ ਜੀ। ਹੁਣ ਇਹ ਬਾਈ ਚਾਂਸ ਕੁਐਸਚਨ ਦੇ ਵਿੱਚ ਵੈਸੇ ਪਹਿਲਾਂ ਇਹ ਕੁਐਸਚਨ ਬਣਦਾ ਰਿਹਾ ਵਾ ਕਿ ਕਿਹੜੇ ਆਰਟੀਕਲ ਦੇ ਵਿੱਚ, ਆਰਟੀਕਲ 331 ਦੇ ਵਿੱਚ ਲਿਖਿਆ ਹੋਇਆ ਵਾ ਕਿ ਜਿਹੜਾ ਰਾਸ਼ਟਰਪਤੀ ਆ ਜਿਹੜਾ ਐਂਗਲੋ ਇੰਡੀਅਨ ਕਮਿਊਨਿਟੀ ਦੇ 2 ਮੈਂਬਰਾਂ ਨੂੰ ਲੋਕ ਸਭਾ ਦੇ ਵਿੱਚ ਨੋਮੀਨੇਟ ਕਰਦਾ ਸੀ, ਠੀਕ ਹੈ ਜੀ। ਹੁਣ ਅੱਗੇ ਆ ਗਿਆ ਜੀ ਸਰਕਾਰ ਭਾਰਤ ਦੇ, ਕਹਿੰਦਾ ਜੀ ਭਾਰਤ ਦੇ ਸਾਰੇ ਨਾਗਰਿਕ ਜਿਹੜੇ ਕਿ 18 ਸਾਲ ਤੋਂ ਵੱਧ ਉਮਰ ਦੇ ਹਨ, ਉਹਨਾਂ ਨੂੰ ਵੋਟ ਪਾਉਣ ਦੇ ਯੋਗ ਹੈ, ਠੀਕ ਹੈ ਜੀ। ਸ਼ੁਰੂ ਵਿੱਚ ਇਸ ਦੀ ਵੋਟਿੰਗ ਜਦੋਂ ਆਪਣੀ ਯੂਨੀਵਰਸਲ ਐਡਲਟ ਫਰੈਂਚਾਈਜ਼ੀ ਆਈ ਸੀ ਨਾ, ਉਸ ਟਾਈਮ ਦੇ ਉੱਤੇ ਇਹਦੀ ਉਮਰ 21 ਸਾਲ ਤੱਕ ਕੀਤੀ ਗਈ ਸੀ, ਠੀਕ ਹੈ, ਜਦੋਂ ਪਹਿਲਾਂ ਚੋਣਾਂ ਹੋਈਆਂ ਸੀ, ਠੀਕ ਹੈ ਜੀ। ਉਦੋਂ 21 ਸਾਲ ਤੋਂ ਘੱਟ ਉਮਰ ਦਾ ਜਿਹੜਾ ਕੋਈ ਵੀ ਵਿਅਕਤੀ ਸੀਗਾ ਨਾਗਰਿਕ ਭਾਰਤ ਦਾ, ਉਹ ਵੋਟਿੰਗ ਨਹੀਂ ਕਰ ਸਕਦਾ ਸੀ, ਠੀਕ ਹੈ। 21 ਸਾਲ ਜਿਹਦੀ ਉਮਰ ਹੁੰਦੀ ਸੀ ਘੱਟ ਤੋਂ ਘੱਟ, ਉਹੀ ਵੋਟਿੰਗ ਕਰ ਸਕਦਾ ਸੀ। ਬਟ 1988 ਦੇ ਵਿੱਚ ਨਾ 61ਵੀਂ ਅਮੈਂਡਮੈਂਟ ਹੋਈ ਸੀ, ਠੀਕ ਹੈ, ਜਿਹਦੇ ਵਿੱਚ ਇਹਨੂੰ ਸੋਧ ਰਾਹੀਂ ਇਹਨੂੰ ਘਟਾ ਕੇ ਉਮਰ 18 ਸਾਲ ਕਰਦਾ, ਕਿਉਂਕਿ ਉਹਨਾਂ ਨੇ ਸੋਚਿਆ ਕਿ 18 ਸਾਲ ਦਾ ਬੰਦਾ ਕੈਪੇਬਲ ਨਾਗਰਿਕ ਹੁੰਦਾ ਵਾ ਕਿ ਉਹ ਆਪਦੇ ਪਸੰਦ ਦਾ ਕਿਸੇ ਵੀ ਮੈਂਬਰ ਨੂੰ, ਕਿਸੇ ਵੀ ਆਪਦੇ ਪਾਰਟੀ ਦੇ ਜੋ MP ਨੂੰ, ਠੀਕ ਹੈ ਜੀ, ਜਾਂ MLA ਨੂੰ ਚੁਣ ਸਕਦਾ ਵਾ, ਠੀਕ ਹੈ ਜੀ। ਸੋ ਇਹ ਵੀ ਆਪਾਂ ਕਰ ਸਕਦੇ ਹਾਂ। ਅੱਗੇ ਆਪਾਂ ਗੱਲ ਕਰੀਏ ਤਾਂ ਨੈਕਸਟ ਆਪਾਂ ਗੱਲ ਕਰੀਏ, ਸੋ ਆਹ ਇੰਪੋਰਟੈਂਟ ਬਣਦਾ, ਠੀਕ ਹੈ, ਇਹ ਅਮੈਂਡਮੈਂਟ ਯਾਦ ਕਰਨੀ ਆ ਤੁਸੀਂ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਈ ਆ ਕਿ ਆਪਣੀ ਕਿਹੜੀ ਅਮੈਂਡਮੈਂਟ ਆ ਜਿਹਦੇ ਰਾਹੀਂ ਕਿ ਜਿਹੜੀ ਉਮਰ ਸੀਗੀ 21 ਤੋਂ ਘਟਾ ਕੇ 18 ਕਰ ਦਿੱਤੀ ਗਈ ਸੀ, ਠੀਕ ਹੈ, ਵੋਟਿੰਗ ਦੀ। ਨੈਕਸਟ ਆ ਗਿਆ ਜੀ ਸਾਡੇ ਕੋਲ ਹਰ ਮਰਦਮਸ਼ੁਮਾਰੀ ਜਿਹੜੀ ਮਤਲਬ ਜਿਹੜੀ ਸੈਂਸਸ ਹੁੰਦੀ ਆ, ਠੀਕ ਹੈ ਜੀ, ਇਹਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਨੂੰ ਮੁੜ ਵਿਵਸਥਿਤ ਕੀਤਾ ਜਾਂਦਾ ਵਾ। ਭਾਰਤ ਵਿੱਚ ਮਰਦਮਸ਼ੁਮਾਰੀ 10 ਸਾਲਾਂ ਜਦੋਂ ਜਾਣੀ ਕਿ ਹੁੰਦੀ ਆ, ਆਪਣੀ ਸੀਟਾਂ ਦੀ ਗਿਣਤੀ ਹੁੰਦੀ ਆ ਉਹਦੀ ਪੋਪੂਲੇਸ਼ਨ ਦੇ ਅਕੋਰਡਿੰਗ ਕੱਢ ਕੇ, ਸੋ ਉਹਦੇ ਅਕੋਰਡਿੰਗ ਸੀਟਾਂ ਘਟਦੀਆਂ ਵੱਧਦੀਆਂ ਰਹਿੰਦੀਆਂ ਨੇ, ਠੀਕ ਹੈ ਜੀ। ਸੋ ਉਹਦਾ ਕੋਈ ਆਪਾਂ ਨੂੰ ਬੜਾ ਜ਼ਿਆਦਾ ਕਰਨ ਦੀ ਲੋੜ ਨਹੀਂ, ਉਹ ਆਪਾਂ ਤਾਂ ਇਹ ਦੇਖ ਲਿਆ ਕਿ ਇੰਨੀ ਸਟਰੈਂਥ ਆ ਇਸ ਟਾਈਮ, ਤੇ ਇਸ ਟਾਈਮ 545 ਮੈਂਬਰ ਸਾਡੇ ਹੈਗੇ ਨੇ, 43 ਸੌਰੀ, ਠੀਕ ਹੈ ਜੀ। ਨੈਕਸਟ ਆਪਾਂ ਕਰਾਂਗੇ ਜੀ ਹੁਣ ਉਹ ਕਹਿੰਦੇ ਜੀ ਸੰਵਿਧਾਨ ਨੇ ਅਨੁਸੂਚਿਤ ਜਾਤੀਆਂ ਲਈ ਸੀਟਾਂ ਦਾ ਰਾਖਵਾਂਕਰਨ ਪ੍ਰਦਾਨ ਕੀਤਾ ਹੈ ਤੇ ਆਬਾਦੀ ਅਨੁਪਾਤ ਦੇ ਆਧਾਰ ਤੇ ਲੋਕ ਸਭਾ ਵਿੱਚ ਅਨੁਸੂਚਿਤ ਜੋ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ੍ਰਾਈਬਸ ਲੋਕ ਸਭਾ ਦੇ ਵਿੱਚ ਹੁੰਦੇ ਨੇ, ਉਹ ਵੀ ਬੇਸਿਸ ਆਫ ਦੀ ਪੋਪੂਲੇਸ਼ਨ ਰੇਸ਼ੀਓ ਬੇਸਿਸ ਦੇ ਉੱਤੇ ਹੀ ਕੀਤੇ ਗਏ ਨੇ, ਠੀਕ ਹੈ। ਲੋਕ ਸਭਾ ਦਾ ਜਿਹੜਾ ਕਾਰਜਕਾਲ ਹੁੰਦਾ ਉਹ ਆਮ ਚੋਣਾਂ ਤੋਂ ਬਾਅਦ ਇਹਦੀ ਪਹਿਲੀ ਮੀਟਿੰਗ ਤੋਂ 5 ਸਾਲ ਤੱਕ ਦਾ ਹੁੰਦਾ, ਠੀਕ ਹੈ ਜੀ। ਜਦੋਂ ਇਹਦੀ ਪਹਿਲੀ ਮੀਟਿੰਗ ਹੁੰਦੀ ਆ, ਠੀਕ ਹੈ, ਲੋਕ ਸਭਾ ਦੇ ਉਹਦਾ ਕਾਰਜਕਾਲ ਮੈਂਬਰਾਂ ਦਾ ਜਿਹੜਾ ਹੁੰਦਾ ਉਹਦੀ 5 ਸਾਲ ਹੁੰਦਾ ਵਾ, ਠੀਕ ਹੈ ਜੀ। ਸੋ ਇਹ ਕਰ ਲੈਣਾ, ਠੀਕ ਹੈ ਜੀ। ਸੋ ਜਦੋਂ ਅਗਰ ਉਹ ਡਿਜ਼ੋਲਵ ਨਹੀਂ ਹੁੰਦਾਗਾ, ਠੀਕ ਹੈ ਉਹ, ਸੋ ਰਾਸ਼ਟਰਪਤੀ 5 ਸਾਲ ਪੂਰੇ ਹੋਣ ਤੋਂ ਪਹਿਲਾਂ ਕਿਸੇ ਵੀ ਸਮੇਂ ਲੋਕ ਸਭਾ ਨੂੰ ਭੰਗ ਕਰ ਸਕਦਾ, ਉਹੀ ਜੋ ਕਿ ਮਿਡ ਟਰਮ ਦੀਆਂ ਚੋਣਾਂ ਹੋ ਸਕਦੀਆਂ ਨੇ ਅਗਰ ਨੋਨ ਕੌਨਫੀਡੈਂਸ ਮੋਸ਼ਨ ਪਾਸ ਹੁੰਦਾ ਵਾ, ਠੀਕ ਹੈ ਜੀ। ਸੋ ਉਹਦੇ ਵਿੱਚ ਸੋ ਇਹ ਇੱਕ, ਠੀਕ ਹੈ ਜੀ, ਸੋ ਕਰ ਲੈਣਾ ਤੁਸੀਂ। ਹੁਣ ਅੱਗੇ ਕਹਿੰਦਾ ਜੀ ਰਾਸ਼ਟਰਪਤੀ ਐਮਰਜੈਂਸੀ ਦੌਰਾਨ ਸੰਸਦ ਦੁਆਰਾ ਲੋਕ ਸਭਾ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਮੰਨ ਲਓ ਐਮਰਜੈਂਸੀ ਲੱਗੀ ਹੋਈ ਆ, ਠੀਕ ਹੈ ਜੀ, ਨੈਸ਼ਨਲ ਐਮਰਜੈਂਸੀ ਦੇ ਦੌਰਾਨ ਤਾਂ ਰਾਸ਼ਟਰਪਤੀ ਜੋ ਹੈ ਲੋਕ ਸਭਾ ਦੀ ਚੋਣ ਦੀ ਮਿਆਦ ਵਧਾ ਸਕਦਾ ਵਾ, ਬਟ ਇਹ ਕਿਸੇ ਲੰਬੇ ਸਮੇਂ ਲਈ, ਜਾਣੀ ਕਿ ਇੱਕ ਸਮੇਂ ਲਈ ਮੰਨ ਲਓ 1 ਸਾਲ ਲਈ ਵਧਾ ਸਕਦਾ ਵਾ, ਇੱਦਾਂ ਦਾ ਇੱਕ, ਠੀਕ ਹੈ ਜੀ, ਆਪਣਾ ਐਡ ਕੀਤਾ ਹੋਇਆ ਵਾ ਇਹਦੇ ਵਿੱਚ ਪੁਆਇੰਟ। ਨੈਕਸਟ ਆ ਗਿਆ ਜੀ ਸਾਡੇ ਕੋਲ ਯੋਗਤਾ, ਇਹਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਲੋਕ ਸਭਾ ਦੀ। ਹੁਣ ਭਾਰਤ ਦਾ ਨਾਗਰਿਕ ਸਾਰਿਆਂ ਨੂੰ ਪਤਾ, ਸੋ ਆ ਉਮਰ, ਸੋ ਆਪਾਂ ਰੈੱਡ ਮਾਰਕ ਕੀਤਾ ਹੋਇਆ ਨਾ ਜਿਹੜਾ, ਇਹ ਤਾਂ ਤੁਸੀਂ ਰੱਟ ਲੈਣਾ ਵਾ, ਠੀਕ ਆ। ਰਾਜ ਸਭਾ ਦੇ ਮੈਂਬਰ ਲਈ ਘੱਟ ਤੋਂ ਘੱਟ ਉਮਰ 30 ਸਾਲ ਤੇ ਲੋਕ ਸਭਾ ਦੇ ਮੈਂਬਰ ਲਈ ਘੱਟ ਤੋਂ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਸੰਸਦ ਦੁਆਰਾ ਨਿਰਧਾਰਤ ਹੋਰ ਵੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ, ਠੀਕ ਆ, ਜੋ ਵੀ ਸੰਸਦ ਨੇ ਕੀਤੀਆਂ। ਹੁਣ 1951 ਐਕਟ ਦੇ ਵਿੱਚ ਜਿਹੜੀਆਂ ਵਾਧੂ ਨਿਰਧਾਰਤ ਕੀਤੀਆਂ ਗਈਆਂ ਸੀ ਉਹਦੇ ਵਿੱਚ, ਠੀਕ ਆ, ਭਾਰਤ ਵਿੱਚ ਕੁਝ ਸੰਸਦੀ ਹਲਕਿਆਂ ਵਿੱਚ ਇੱਕ ਵੋਟਰ ਵਜੋਂ ਰਜਿਸਟਰ ਹੋਣਾ ਲਾਜ਼ਮੀ ਆ। ਸੋ 102 ਨੰਬਰ ਆਰਟੀਕਲ ਆਪਾਂ ਕੀਤਾ ਹੋਇਆ ਵਾ ਕਿ ਜਿਹੜੇ ਮੰਨ ਲਓ ਇਹਦੀਆਂ ਡਿਸਕੁਆਲੀਫਿਕੇਸ਼ਨ ਕਿੱਦਾਂ ਹੋਏਗੀ, ਉਹ ਸੇਮ ਟੂ ਸੇਮ ਐਜ਼ ਇਟ ਜੋ ਕਿ ਰਾਜ ਸਭਾ ਦੇ ਮੈਂਬਰ ਦੀਆਂ ਸਾਰੀਆਂ ਸੀਗੀਆਂ, ਠੀਕ ਹੈ ਜੀ। ਸੋ
ਅੱਗੇ ਆਪਾਂ ਕੀਤਾ ਹੋਇਆ ਕਿ ਜਿਹੜੇ ਕੁਆਲੀਫਿਕੇਸ਼ਨ ਡਿਸਕੁਆਲੀਫਾਈ ਕਰ ਸਕਦਾ ਵਾ ਅਗਰ ਬਾਈ ਚਾਂਸ ਓਪੀਨੀਅਨ ਲੈ ਕੇ ਆਪਣਾ ਇਲੈਕਸ਼ਨ ਕਮਿਸ਼ਨ ਦੀ, ਠੀਕ ਹੈ ਜੀ। ਸੋ ਬਾਕੀ ਸਾਰਾ ਦਾ ਸਾਰਾ ਸੇਮ ਆ ਜੋ ਆਪਾਂ ਰਾਜ ਸਭਾ ਦਾ ਉੱਪਰ ਕਰ ਚੁੱਕੇ ਹਾਂ। ਹੁਣ ਉਹ ਕਹਿੰਦਾ ਜੀ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਦੀਆਂ ਸੀਟਾਂ ਖਾਲੀ ਕਰ ਕਿੱਦਾਂ ਇਹਦੀਆਂ ਸੀਟਾਂ ਖਾਲੀ ਹੁੰਦੀਆਂ ਨੇ, ਠੀਕ ਹੈ ਜੀ। ਸੋ ਇਹਦੇ ਰਾਹੀਂ ਹੁਣ ਇਹਨਾਂ ਨਿਮਨਲਿਖਤ ਮਾਮਲਿਆਂ ਵਿੱਚ ਸੰਸਦ ਦਾ ਮੈਂਬਰ ਆਪਣੀ ਸੀਟ ਖਾਲੀ ਕਰਦਾ ਹੈ। ਕਿਸ ਤਰ੍ਹਾਂ ਕਰਦਾ ਵਾ ਜੀ, ਹੁਣ ਦੇਖੋ ਜੀ ਬਾਈ ਚਾਂਸ ਕਿਸੇ ਦੀ ਡਬਲ ਮੈਂਬਰਸ਼ਿਪ ਆ, ਠੀਕ ਹੈ ਜੀ। ਮੰਨ ਲਓ ਕੋਈ ਵਿਅਕਤੀ ਇੱਕੋ ਸਮੇਂ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਨਹੀਂ ਬਣ ਸਕਦਾ। ਮੰਨ ਲਓ ਕਿ ਉਹ ਲੋਕ ਸਭਾ ਦੇ ਵਿੱਚ ਆ ਅਤੇ ਰਾਜ ਸਭਾ ਦੇ ਵਿੱਚ ਵੀ ਚੁਣਿਆ ਗਿਆ, ਫਿਰ ਕੋਈ ਵੀ ਇੱਕ ਅਹੁਦਾ ਉਹਨੂੰ ਛੱਡਣਾ ਪੈਂਦਾ ਵਾ। ਇੱਕ ਅਹੁਦਾ ਉਹਨੂੰ ਚਾਹੇ ਜੇ ਉਹ ਰਾਜ ਸਭਾ ਦੇ ਵਿੱਚ ਆ ਤਾਂ ਉਹਨੂੰ ਰਾਜ ਸਭਾ ਛੱਡਣਾ ਪੈਂਦਾ, ਅਗਰ ਲੋਕ ਸਭਾ ਦੇ ਵਿੱਚ ਆ ਤਾਂ ਲੋਕ ਸਭਾ ਛੱਡਣਾ ਪੈਂਦਾ। ਜਿੱਦਾਂ ਕਿ MP ਅਤੇ MLA ਦੋਵੇਂ 14 ਦਿਨਾਂ ਵਿੱਚੋਂ ਇੱਕ ਅਹੁਦੇ ਦੀ ਚੋਣ ਕਰਨੀ ਪੈਂਦੀ ਨੇ ਉਹਨੂੰ, ਠੀਕ ਹੈ ਜੀ। ਜੇਕਰ ਇੱਕ ਸਦਨ ਦਾ ਮੌਜੂਦਾ ਮੈਂਬਰ ਦੂਜੇ ਸਦਨ ਲਈ ਵੀ ਚੁਣਿਆ ਗਿਆ ਹੈ, ਠੀਕ ਹੈ, ਮੰਨ ਲਓ ਇੱਕ ਸਦਨ ਦਾ ਮੌਜੂਦਾ ਤਾਂ ਪਹਿਲੇ ਸਦਨ ਵਿੱਚ ਉਸਦੀ ਸੀਟ ਖਾਲੀ ਹੋ ਜਾਂਦੀ ਹੈ, ਇੱਕ ਸੀਟ ਉਹਦੀ ਖਾਲੀ ਹੋ ਜਾਏਗੀ, ਠੀਕ ਹੈ ਜੀ। ਸੋ ਆਈਦਰ ਹਾਊਸ ਕਿਸੇ ਵੀ ਹਾਊਸ ਦਾ, ਠੀਕ ਹੈ। ਜੇਕਰ ਕੋਈ ਵਿਅਕਤੀ ਸਦਨ ਵਿੱਚ 2 ਸੀਟਾਂ ਲਈ ਚੁਣਿਆ ਗਿਆ ਮੰਨ ਲਓ ਤਾਂ ਉਸ ਨੂੰ ਇੱਕ ਲਈ ਆਪਣੇ ਵਿਕਲਪ ਦੀ ਵਰਤੋਂ ਕਰਨੀ ਪਵੇਗੀ, ਨਹੀਂ ਤਾਂ ਦੋਵੇਂ ਸੀਟਾਂ ਖਾਲੀ ਹੋ ਜਾਣਗੀਆਂ। ਸੋ ਇਹ ਨਾਰਮਲ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ, ਠੀਕ ਹੈ ਜੀ। ਸੋ ਅਸਤੀਫਾ ਇਹ ਰੈਜ਼ਿਗਨੇਸ਼ਨ ਕਿਹਨੂੰ ਦਿੰਦਾ ਜੀ, ਕੋਈ ਵੀ ਮੈਂਬਰ ਰਾਜ ਸਭਾ ਦਾ ਮੈਂਬਰ ਹੈ, ਮੰਨ ਲਓ ਕੋਈ ਵੀ ਮੈਂਬਰ ਜਿਹੜਾ ਕਿ ਰਾਜ ਸਭਾ ਦਾ ਮੈਂਬਰ ਆ ਤਾਂ ਜਿਹੜਾ ਰਾਜ ਸਭਾ ਦਾ ਚੇਅਰਮੈਨ ਆ, ਠੀਕ ਹੈ ਜੀ, ਉਹਨੂੰ ਅਸਤੀਫਾ ਦੇਊਗਾ। ਅਤੇ ਜੇਕਰ ਉਹ ਲੋਕ ਸਭਾ ਦਾ ਮੈਂਬਰ ਆ ਤਾਂ ਉਹ ਲੋਕ ਸਭਾ ਦਾ ਜਿਹੜਾ ਸਪੀਕਰ ਆ ਉਹਨੂੰ ਆਪਦਾ ਪੱਤਰ ਲਿਖ ਕੇ ਆਪਣੀ ਸੀਟ ਤੋਂ ਅਸਤੀਫਾ ਦੇ ਸਕਦਾ ਹੈ, ਠੀਕ ਹੈ। ਕਿ ਜਿੱਦਾਂ ਆਪਾਂ ਪੜ੍ਹਿਆ ਸੀਗੇ ਉਹਨੂੰ ਇੱਕ ਸੀਟ ਤੋਂ ਅਸਤੀਫਾ ਦੇਣਾ ਪੈਣਾ, ਤਾਂ ਉਹ ਇਸ ਤਰ੍ਹਾਂ ਅਸਤੀਫਾ ਮਨਜ਼ੂਰ ਹੋਣ ਤੇ ਸੀਟ ਖਾਲੀ ਹੋ ਜਾਂਦੀ ਹੈ। ਹਾਲਾਂਕਿ ਜਿਹੜੇ ਚੇਅਰਮੈਨ ਜਾਂ ਸਪੀਕਰ ਹੋ ਗਿਆ, ਠੀਕ ਹੈ, ਉਹ ਅਸਤੀਫੇ ਨੂੰ ਸਵੀਕਾਰ ਨਹੀਂ ਕਰ ਸਕਦੇ, ਉਹ ਉਹਨਾਂ ਦੀ ਮਰਜ਼ੀ ਆ ਜੇਕਰ ਉਹ ਸੰਤੁਸ਼ਟ ਹਨ ਕਿ ਅਜਿਹਾ ਹੈ ਜਾਂ ਸਵੈਚਿਤ ਹੋਇਆ ਜਾਂ ਅਸਲੀ ਹੋਇਆ ਵਾ, ਠੀਕ ਹੈ ਜੀ। ਹੁਣ ਜੀ ਐਬਸੈਂਸ ਆ ਗਈ ਸਾਡੀ, ਅਗਰ ਬਾਈ ਚਾਂਸ ਉਹ ਐਬਸੈਂਸ ਆ, ਮੰਨ ਲਓ ਸਦਨ ਕਿਸੇ ਮੈਂਬਰ ਦੀ ਸੀਟ ਨੂੰ ਖਾਲੀ ਘੋਸ਼ਿਤ ਕਰ ਸਕਦਾ ਵਾ ਜੇਕਰ ਉਹ ਉਸ ਨੂੰ ਇਹ ਲੱਗੇ ਕਿ ਇਸ ਦੀਆਂ ਸਾਰੀਆਂ ਮੀਟਿੰਗਾਂ ਤੋਂ ਇਸ ਦੀ ਇਜਾਜ਼ਤ ਤੋਂ ਬਿਨਾਂ, ਮਤਲਬ ਬਿਨਾਂ ਉਹ ਤੋਂ ਛੁੱਟੀ ਲਈ ਇਹਨਾਂ ਨੇ 60 ਦਿਨ ਤੱਕ ਗੈਰ ਹਾਜ਼ਰ ਰਿਹਾ, ਠੀਕ ਹੈ ਜੀ, ਤਾਂ ਵੀ ਉਹਨੂੰ ਸੀਟ ਖਾਲੀ ਘੋਸ਼ਿਤ ਕਰ ਸਕਦਾ ਵਾ, ਠੀਕ ਹੈ, ਸਦਨ। ਹੁਣ ਜੀ ਸਹੁੰ ਕਿਵੇਂ ਤੱਕ, ਸਹੁੰ ਦੇ ਬਾਰੇ, ਓਥ ਦੇ ਬਾਰੇ ਆਪਾਂ ਪੜ੍ਹਾਂਗੇ। ਕਹਿੰਦਾ ਸੰਸਦ ਦੇ ਕਿਸੇ ਵੀ ਸਦਨ ਦੇ ਹਰੇਕ ਮੈਂਬਰ ਨੂੰ, ਠੀਕ ਹੈ ਜੀ, ਹਰੇਕ ਮੈਂਬਰ ਨੂੰ ਚਾਹੇ ਲੋਕ ਸਭਾ ਦਾ ਚਾਹੇ ਰਾਜ ਸਭਾ ਦਾ, ਸਦਨ ਵਿੱਚ ਆਪਣੀ ਸੀਟ ਲੈਣ ਤੋਂ ਪਹਿਲਾਂ ਸਹੁੰ ਚੁੱਕਣੀ ਪੈਂਦੀ ਆ ਉਹਨੂੰ। ਇਹ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਗਏ ਕਿਸੇ ਵਿਅਕਤੀ ਦੇ ਸਾਹਮਣੇ ਚੁਣੀ ਜਾਂਦੀ ਆ, ਜਾਂ ਤਾਂ ਉਹਨੂੰ ਰਾਸ਼ਟਰਪਤੀ ਉਹ ਸਹੁੰ ਚੁਕਾਊਗਾ ਜ਼ਿਆਦਾਤਰ, ਠੀਕ ਹੈ। ਅਗਰ ਰਾਸ਼ਟਰਪਤੀ ਨਹੀਂ ਅਵੇਲੇਬਲ ਜਾਂ ਰਾਸ਼ਟਰਪਤੀ ਕਿਸੇ ਨੂੰ ਕਹਿ ਦੇਵੇ, ਜਿੱਦਾਂ ਕਿ ਮੰਨ ਲਓ ਕਿਸੇ ਜੱਜ ਨੂੰ ਕਹਿਦਾ ਰਾਸ਼ਟਰਪਤੀ ਨੇ ਕਿ ਰਾਸ਼ਟਰਪਤੀ ਕੇ ਆਪਣਾ ਚੀਫ ਜਸਟਿਸ ਆਫ ਇੰਡੀਆ ਸਹੁੰ ਚੁਕਾਏ ਤਾਂ ਚੀਫ ਜਸਟਿਸ ਆਫ ਇੰਡੀਆ ਵੀ ਸਹੁੰ ਚੁਕਵਾ ਸਕਦਾ, ਬਟ ਵੈਸੇ ਰਾਸ਼ਟਰਪਤੀ ਉਹ ਚੁਕਵਾਏਗਾ, ਠੀਕ ਹੈ, ਜਾਂ ਉਸ ਦੁਆਰਾ ਨਿਯੁਕਤ ਕੀਤਾ ਗਿਆ ਕੋਈ ਵਿਅਕਤੀ, ਠੀਕ ਹੈ ਜੀ। ਹੁਣ ਉਹ ਕਹਿੰਦਾ ਜੀ ਇਸ ਮਕਸਦ ਲਈ ਆਪਣੀ ਸਹੁੰ ਵਿੱਚ ਸੰਸਦ ਦਾ ਮੈਂਬਰ ਸਹੁੰ ਖਾਂਦਾ ਵਾ ਕਿ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਤੇ ਵਫਾਦਾਰੀ ਰੱਖੂਗਾ, ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਬਰਕਰਾਰ ਰੱਖੂਗਾ, ਠੀਕ ਹੈ ਜੀ, ਵਫਾਦਾਰੀ ਨਾਲ ਉਹਦੀ ਡਿਊਟੀ ਨੂੰ ਨਿਭਾਊਗਾ ਤੇ ਉਹਨੂੰ ਜਿਸ ਤੇ ਉਹ ਦਾਖਲ ਹੋਣ ਵਾਲਾ ਹੈ, ਠੀਕ ਹੈ ਜੀ, ਇਹ ਨਾਰਮਲ ਆ, ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ ਹੁਣ ਕਹਿੰਦਾ ਜੀ ਪ੍ਰੋਸੀਡਿੰਗ ਆਫਿਸਰ ਕਿਹੜੇ ਹੁੰਦੇ ਨੇ, ਠੀਕ ਹੈ ਜੀ, ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ। ਆਪਾਂ ਦੇਖਿਆ ਕਿ ਇੱਕ ਅਪਰ ਹਾਊਸ ਹੋ ਗਿਆ, ਇੱਕ ਲੋਅਰ ਹਾਊਸ ਹੋ ਗਿਆ। ਹੁਣ ਜੀ ਸੰਸਦ ਦੇ ਹਰ ਸਦਨ ਦਾ ਆਪਣਾ ਇੱਕ ਪ੍ਰਧਾਨ ਅਧਿਕਾਰੀ ਹੁੰਦਾ ਵਾ, ਠੀਕ ਹੈ, ਜਿਹੜਾ ਇਹਨਾਂ ਨੂੰ ਚੇਅਰ ਕਰਦਾ ਹੁੰਦਾ ਵਾ, ਠੀਕ ਹੈ, ਜਦੋਂ ਇਹਨਾਂ ਦੀਆਂ ਸੰਸਦ ਦੇ ਵਿੱਚ ਇਹ ਬਹਿਸ ਹੁੰਦੀ ਆ, ਠੀਕ ਹੈ ਜੀ, ਇਹਨਾਂ ਦੀ। ਹੁਣ ਉਹ ਕਹਿੰਦੇ ਜੀ ਇੱਕ ਸਪੀਕਰ ਹੁੰਦਾ ਅਤੇ ਇੱਕ ਡਿਪਟੀ ਸਪੀਕਰ ਹੁੰਦਾ, ਠੀਕ ਹੈ ਜੀ, ਇਹ ਸਿੰਪਲ ਆ ਗਿਆ। ਹੁਣ ਜੀ ਲੋਕ ਸਭਾ ਦੇ ਵਿੱਚ ਦਾ ਸਪੀਕਰ ਹੋ ਗਿਆ, ਠੀਕ ਹੈ ਜੀ, ਲੋਕ ਸਭਾ ਦਾ ਜਿਹੜਾ ਪ੍ਰੋਸੀਡਿੰਗ ਆਫਿਸਰ, ਹੁਣ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਊ ਕਿ ਲੋਕ ਸਭਾ ਦਾ ਪ੍ਰੋਸੀਡਿੰਗ ਆਫਿਸਰ ਕੌਣ ਹੁੰਦਾ ਵਾ। ਲੋਕ ਸਭਾ ਦਾ ਜਿਹੜਾ ਪ੍ਰੋਸੀਡਿੰਗ ਆਫਿਸਰ ਹੁੰਦਾ ਵਾ ਸਪੀਕਰ, ਠੀਕ ਹੈ। ਇਹਦੇ ਵਿੱਚ ਕਨਫਿਊਜ਼ ਹੋ ਕੇ ਤੁਸੀਂ ਪ੍ਰਾਈਮ ਮਿਨਿਸਟਰ ਨਹੀਂ ਲਾ ਕੇ ਆਉਣਾ, ਇਹਦੇ ਵਿੱਚ ਉਹ ਪ੍ਰੈਜ਼ੀਡੈਂਟ ਵੀ ਦੇਣਗੇ, ਪ੍ਰਾਈਮ ਮਿਨਿਸਟਰ ਵੀ ਦੇਣਗੇ, ਠੀਕ ਹੈ, ਇਹਨੂੰ ਕਨਫਿਊਜ਼ ਨਹੀਂ ਹੋਣਾਗਾ। ਲੋਕ ਸਭਾ ਦਾ ਜਿਹੜਾ ਪ੍ਰੋਸੀਡਿੰਗ ਆਫਿਸਰ ਕੌਣ ਹੁੰਦਾ ਵਾ, ਆਪਣਾ ਸਪੀਕਰ, ਠੀਕ ਹੈ ਜੀ, ਲੋਕ ਸਭਾ ਦਾ ਸਪੀਕਰ। ਹੁਣ ਰਾਜ ਸਭਾ ਦੇ ਵਿੱਚ ਜਿਹੜਾ ਉਪ ਰਾਸ਼ਟਰਪਤੀ ਹੁੰਦਾ, ਜਿਹੜਾ ਕਿ ਆਪਾਂ ਪਹਿਲਾਂ ਪੜ੍ਹਿਆ ਸੀ ਜਦੋਂ ਆਪਾਂ ਉਪ ਰਾਸ਼ਟਰਪਤੀ ਦਾ, ਕਿ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਵਾ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਵਾ, ਠੀਕ ਹੈ ਜੀ, ਜੋ ਆਪਣਾ ਰਾਜ ਸਭਾ ਦਾ ਵਾ। ਸੋ ਜਿਹੜਾ ਇਹ ਹੁੰਦਾ ਵਾ ਇਹਦਾ ਜੋ ਕੰਮ ਇਹਦਾ ਸਪੀਕਰ ਦਾ ਹੁੰਦਾ ਵਾ, ਠੀਕ ਹੈ, ਲੋਕ ਸਭਾ ਦੇ ਵਿੱਚ ਉਹੀ ਸੇਮ ਟੂ ਸੇਮ ਕੰਮ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਵਾ ਉਹ ਉਪ ਰਾਸ਼ਟਰਪਤੀ ਹੁੰਦਾ ਵਾ, ਉਹੀ ਕਰਦਾ ਵਾ। ਅਗਰ ਉਹ ਨਹੀਂ ਅਵੇਲੇਬਲ ਤਾਂ ਜਿਹੜਾ ਡਿਪਟੀ ਚੇਅਰਮੈਨ ਹੁੰਦਾ ਤਾਂ ਉਹ ਕਰਦਾ ਵਾ, ਠੀਕ ਹੈ ਜੀ। ਸੋ ਜੋ ਕੰਮ ਸਪੀਕਰ ਦਾ ਲੋਕ ਸਭਾ ਦੇ ਵਿੱਚ ਉਹੀ ਕੰਮ ਆਪਣਾ ਜਿਹੜਾ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ ਵਾ, ਜੋ ਕਿ ਵਾਈਸ ਪ੍ਰੈਜ਼ੀਡੈਂਟ ਹੀ ਹੁੰਦਾ ਵਾ, ਉਹਦਾ ਹੁੰਦਾ ਵਾ, ਠੀਕ ਹੈ ਜੀ। ਹੁਣ ਜੀ ਲੋਕ ਸਭਾ ਲਈ ਚੇਅਰਪਰਸਨ ਦਾ ਇੱਕ ਪੈਨਲ ਹੁੰਦਾ ਵਾ, ਠੀਕ ਆ, ਅਤੇ ਰਾਜ ਸਭਾ ਲਈ ਉਪ ਚੇਅਰਪਰਸਨ ਦਾ ਵੀ ਇੱਕ ਪੈਨਲ ਨਿਯੁਕਤ ਕੀਤਾ ਜਾਂਦਾ ਵਾ। ਸੋ ਅੱਜ ਆਪਾਂ ਪੜ੍ਹਿਆ, ਛੋਟੀ ਕਲਾਸ ਬਣਾਈ ਆ ਕਿਉਂਕਿ ਇਹਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਆਪਾਂ ਨੂੰ ਇੱਕ ਵਾਰੀ ਨਾ ਥੋੜ੍ਹਾ ਜਿਹਾ ਸਮਝਣ ਦੀ ਲੋੜ ਸੀ ਕਿ ਇਹ ਹੁੰਦਾ ਕੀ ਆ, ਇਹਦੇ ਵਿੱਚ ਗਠਨ ਦੇ ਵਿੱਚ ਇਹ ਕਾਹਦੇ ਲਈ ਹੁੰਦਾ ਵਾ, ਇਹ ਕਿੰਨੇ ਮੈਂਬਰ ਹੁੰਦੇ ਨੇ, ਇਹ ਸਾਰਾ ਥੋੜ੍ਹਾ ਜਿਹਾ ਆਪਾਂ ਨੂੰ ਇੱਕ ਵਾਰੀ ਹੁਣ ਆਈਡੀਆ ਹੋ ਗਿਆ, ਰਫਲੀ ਆਈਡੀਆ ਹੋ ਗਿਆ। ਹੁਣ ਆਪਾਂ ਅਗਲੀ ਕਲਾਸ ਕਰਾਂਗੇ ਨਾ ਜਿਹੜੀ ਇਹਦੀ 2 ਨੰਬਰ ਪਾਰਟ ਕਰਾਂਗੇ, ਇਹਦੇ ਵਿੱਚ ਆਪਾਂ ਸਪੀਕਰ ਹੋ ਗਿਆ, ਚੇਅਰਮੈਨ ਹੋ ਗਿਆ, ਰੋਲ ਹੋ ਗਏ, ਪਾਵਰ ਹੋ ਗਏ, ਸਪੀਕਰ ਦੇ ਰੋਲ। ਸੋ ਇਹਦੇ ਵਿੱਚ ਕਿ ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ, ਉਹ ਸਾਰੇ ਆਪਣੇ ਇਹਦੇ ਵਿੱਚ ਕਵਰ ਹੋ ਜਾਣਗੇ। ਸੋ ਇਹ ਸਾਰਾ ਕੰਪਲੀਟ ਕਰਕੇ ਅਗਲੀ ਕਲਾਸ ਦੇ ਵਿੱਚ ਆਪਣੀ, ਠੀਕ ਹੈ, ਜਿਹੜੀ ਕਿ 16 ਨੰਬਰ ਕਲਾਸ ਹੋਏਗੀ, ਪਾਰਲੀਮੈਂਟ ਦਾ ਸੈਕੰਡ ਪਾਰਟ ਹੋਊਗਾ। ਵਿਦ ਆਪਾਂ MCQ ਕਰਾਂਗੇ, ਥੋੜ੍ਹੇ ਬਹੁਤ 10-15 MCQ ਆਪਾਂ ਕਰ ਲਾਂਗੇ। ਉਸ ਤੋਂ ਬਾਅਦ ਜਦੋਂ ਆਪਣਾ ਪੋਲਿਟੀ ਸਬਜੈਕਟ ਖਤਮ ਹੋ ਗਿਆ ਫਿਰ ਤਾਂ ਆਪਾਂ 500 MCQ ਕਰਨਾ ਹੀ ਕਰਨਾ ਵਾ, ਠੀਕ ਹੈ। ਸੋ ਇਹਦੀ PDF ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਅਤੇ ਉਸ ਤੋਂ ਬਾਅਦ ਜਦੋਂ ਆਪਣੀ 16ਵੀਂ ਕਲਾਸ ਹੋ ਜਾਏਗੀ ਤਾਂ ਉਸ ਤੋਂ ਬਾਅਦ ਆਪਣੀ ਦੋਨਾਂ ਕਲਾਸਾਂ ਦੀ ਇੱਕ ਕੰਬਾਈਨ PDF ਬਣਾ ਕੇ ਵੀ ਆਪਾਂ ਅਪਲੋਡ ਕਰ ਦੇਵਾਂਗੇ, ਠੀਕ ਹੈ ਜੀ। ਹੁਣ ਤੁਸੀਂ ਇਹਨੂੰ ਆਪਣੀ ਕਲਾਸ ਦੀ PDF ਨੂੰ ਥੋੜ੍ਹਾ ਚੰਗੀ ਤਰ੍ਹਾਂ ਰਿਵਾਈਜ਼ ਕਰ ਲੈਣਾ। ਇਹਦੇ ਜੋ ਆਰਟੀਕਲ ਇੰਪੋਰਟੈਂਟ ਦਿੱਤੇ ਹੋਏ ਉਹ ਯਾਦ ਕਰ ਲੈਣੇ ਆ। ਲੋਕ ਸਭਾ ਤੇ ਰਾਜ ਸਭਾ ਜੋ ਮੈਂਬਰਾਂ ਦੀ ਉਮਰ ਆ ਉਹ ਯਾਦ ਕਰ ਲੈਣੀ ਆ। ਕੌਣ ਕਿਹਨੂੰ ਸਪੀਕਰ, ਪ੍ਰੋਸੀਡਿੰਗ ਆਫਿਸਰ ਕਿਹੜੇ ਨੇ, ਇਹ ਯਾਦ ਕਰ ਲੈਣੇ ਜਿਹੜੇ ਮੈਂ ਤੁਹਾਨੂੰ ਮਾਰਕ ਕਰਕੇ ਦਿੱਤੇ ਹੋਏ ਨੇ, ਠੀਕ ਹੈ ਜੀ। ਸੋ ਠੀਕ ਹੈ ਜੀ, ਧੰਨਵਾਦ। ਹੁਣ ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।